ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਖਾਸ ਇਨਫੋਰਮੇਸ਼ਨਸ ਦੇ ਬਾਰੇ ਵਿੱਚ ਜੋ ਕਿ ਕੈਨੇਡਾ ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਤੱਕ ਆਈਆਂ ਨੇ। ਸੋ ਤੁਹਾਡਾ ਕੋਈ ਸਵਾਲ ਹੈ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਕਾਫੀ ਅਸੀਂ ਪ੍ਰੋਸੈਸਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ, ਖਾਸ ਤੌਰ ਤੇ ਪੇਰੈਂਟਸ ਐਪਲੀਕੇਸ਼ਨਸ ਦੇ ਬਾਰੇ ਵਿੱਚ ਗੱਲ ਕਰਾਂਗੇ। ਸੋ ਫਰਾਈਡੇ ਨੂੰ ਖਤਮ ਹੋਣ ਵਾਲਾ ਹੈ ਜੀ, ਜਿਹੜਾ ਹਫਤਾ ਸਮਾਂ ਦਿੱਤਾ ਗਿਆ ਸੀ ਐਪਲੀਕੇਸ਼ਨਸ 30,000 ਇਨਵੀਟੇਸ਼ਨਸ ਭੇਜੇ ਜਾਣੇ ਸੀ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ TR to PR ਪ੍ਰੋਗਰਾਮ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਰਿਫਿਊਜ਼ਲ ਆ ਰਹੇ ਨੇ। ਕੀ ਕਾਰਨ ਹੈ ਇਸ ਦਾ, ਕੀ ਕੀਤਾ ਜਾ ਸਕਦਾ ਹੈ, ਇਹ ਗਲਤੀ ਕਿਸ ਦੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਕਿ 2021 ਵਿੱਚ ਜਿਹੜਾ ਟੀਚਾ ਮਿਥਿਆ ਗਿਆ ਸੀ ਇਮੀਗ੍ਰੇਸ਼ਨ ਦਾ 4 ਲੱਖ ਦੇ ਕਰੀਬ ਇਮੀਗ੍ਰੈਂਟਸ ਨੂੰ ਬਾਹਰੋਂ ਸੱਦਣ ਦਾ, ਕਿੰਨਾ ਕੁ ਪੂਰਾ ਹੋ ਚੁੱਕਿਆ, ਕਿ TR to PR ਵਰਗਾ ਕੋਈ ਹੋਰ ਪ੍ਰੋਗਰਾਮ ਆਉਣ ਦੀ ਵੀ ਪੋਸੀਬਿਲਿਟੀ ਹੈਗੀ ਹੈ ਜੇਕਰ ਟੀਚਾ ਪੂਰਾ ਨਹੀਂ ਹੁੰਦਾ। ਸੋ ਅਜਿਹੇ ਹੋਰ ਵੀ ਕਈ ਸਵਾਲ ਨੇ ਜੋ ਕਿ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਤੁਹਾਡਾ ਕੋਈ ਸਵਾਲ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਲਾਈਵ ਪ੍ਰੋਗਰਾਮ ਹੈ, ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਸਾਡੇ ਨਾਲ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ, ਥੈਂਕ ਯੂ ਜੀ। ਸਰ ਹੁਣ ਖੋਲ ਦਿਓ ਤੁਸੀਂ ਬਾਕੀ ਦੇ ਪ੍ਰੋਸੈਸ ਵੀ, ਕਿੰਨਾ ਟਾਈਮ ਲਗਾ ਰਹੇ ਹੋ? ਤਰਨ ਕਾਫੀ ਮੇਰੇ ਖਿਆਲ ਹੁਣ ਟਰੈਵਲ ਫਲਾਈਟਸ ਖੁੱਲ੍ਹਣ ਦੇ ਨਾਲ ਨਾ ਬਹੁਤ ਸਾਰੀ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਐਂਡ ਇਕਨੋਮਿਕ ਰਿਕਵਰੀ ਵੱਲ ਵੀ ਹੁਣ ਧਿਆਨ ਜਾਣਾ ਸ਼ੁਰੂ ਹੋ ਜਾਏਗਾ। ਸਰ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਤੌਰ ਤੇ ਪਿੱਛੇ ਜਿਹੀ ਅਪਡੇਟ ਆਈ ਸੀਗੀ ਕਿ ਵਿਜ਼ਟਰ ਵੀਜ਼ਾ ਵਾਲੇ ਵੀ ਹੁਣ ਐਪਲੀਕੇਸ਼ਨਸ ਲਗਾ ਸਕਦੇ ਆ। ਸੋ ਪ੍ਰੋਸੈਸ ਕਿੰਨੀ ਕਿ ਜਲਦੀ ਇਹ ਫਾਈਲ ਕੀਤਾ ਜਾ ਰਿਹਾ ਸਹੀ? ਤਰਨ ਬੇਸਿਕਲੀ 7 ਸੈਪਟੈਂਬਰ ਤੋਂ ਪਹਿਲੇ ਆਇਆ ਸੀਗਾ ਅਪਡੇਟ ਕਿ 7 ਸੈਪਟੈਂਬਰ ਤੋਂ ਪਹਿਲਾਂ ਫਾਈਲ ਲੱਗੀਆਂ ਹੋਈਆਂ ਤੇ ਤੁਸੀਂ ਜੇ ਕੋਈ ਚੇਂਜ ਆਫ ਸਰਕਮਸਟੈਂਸਸ ਹੈਗੇ ਤੇ ਤੁਸੀਂ ਨਵੀਂ ਫਾਈਲ ਲਗਾ ਸਕਦੇ ਹੋ। ਬਟ ਜੇ ਚੇਂਜ ਆਫ ਸਰਕਮਸਟੈਂਸਸ ਨਹੀਂ ਹੈਗੇ ਤੇ ਲੈਟ ਯੂਰ ਫਾਈਲ ਬੀ ਦੇਅਰ ਬਿਕੋਜ਼ ਹੋ ਸਕਦਾ ਤੁਹਾਡੀ ਪਿਛਲੀ ਫੀਸ ਵਾਪਸ ਆਵੇ ਜਾਂ ਨਾ ਆਵੇ। ਸੋ ਦੈਟ ਇਜ਼ ਦ ਰੀਜ਼ਨ। ਜੇ ਤੁਹਾਡੇ ਚੇਂਜ ਆਫ ਸਰਕਮਸਟੈਂਸਸ ਨਹੀਂ ਹੈਗੇ, ਤੁਹਾਡੇ ਉਸੇ ਤਰ੍ਹਾਂ ਦੀਆਂ ਫਾਈਲਾਂ ਪਈਆਂ ਹੋਈਆਂ ਐਂਡ ਜੇ ਕੋਈ ਐਕਸੀਡੈਂਸੀ ਹੈਗੀ ਯੈਸ ਤੁਸੀਂ ਨਵੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਨਾ, ਉਹਦੇ ਵਿੱਚ ਪ੍ਰੋਸੈਸਿੰਗ ਜਲਦੀ ਹੈਗੀ ਹੈ ਇਸ ਟਾਈਮ ਤੇ ਜੀ। ਕਾਲ ਸਟਾਰਟ ਹੋ ਗਈਆਂ ਨੇ, ਆਪਾਂ ਕਾਲ ਲੈ ਲਈਏ ਨਾਲ ਦੀ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਕੈਲਗਰੀ ਤੋਂ ਬੋਲ ਰਿਹਾ ਸੀਗਾ ਜੀ। ਹਾਂਜੀ ਦੱਸੋ ਜੀ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਸਵਾਲ ਸਾਡਾ ਇਹ ਹੈ ਜੀ, ਅਸੀਂ ਨਾ ਟਰੱਕ ਡਰਾਈਵਰ ਕੰਮ ਕਰ ਰਹੇ ਹਾਂ ਤੇ ਅਸੀਂ ਨਾ ਸਾਡਾ ਵਰਕ ਪਰਮਿਟ ਸਾਡੀ PR ਅਪਲਾਈ ਹੋਈ ਹੈ 6 ਮਹੀਨੇ ਹੋਏ ਕੀਤੀ ਨੂੰ। ਸਾਡੇ ਨਾ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ ਕਾਫੀ ਮੁੰਡਿਆਂ ਦੇ ਤੇ ਅਸੀਂ 3 ਮਹੀਨੇ ਹੋ ਗਏ, 4 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਵਰਕ ਪਰਮਿਟ। ਉਹ ਸਾਡੇ ਨਾਂ ਤਾਂ ਸਾਡੇ ਵਰਕ ਪਰਮਿਟ ਰੀਨਿਊ ਕਰਦੇ 4 ਮਹੀਨੇ ਤੋਂ, ਕਿਉਂਕਿ ਸਾਡੇ USA ਜਾਣਾ ਹੁੰਦਾ, ਡਰਾਈਵਰਾਂ ਨੇ US ਵਾਲੇ ਬਾਰਡਰ ਕ੍ਰੋਸ ਨਹੀਂ ਕਰਨ ਦਿੰਦੇ, ਵਰਕ ਪਰਮਿਟ ਖਰਾਬ ਬੰਦ ਹੈ। ਸਾਰੇ ਬੰਦੇ ਘਰੇ ਬੈਠੇ ਆ, ਨਾ ਤਾਂ ਅਸੀਂ ਗੌਰਮੈਂਟ ਤੋਂ ਪੈਸੇ ਲੈਣ ਲੱਗ, ਸਾਨੂੰ ਸ਼ਰਮ ਆਉਂਦੀ ਵੀ ਅਸੀਂ ਹੁਣ ਬੈਠੇ ਘਰੇ, ਨਾ ਸਾਨੂੰ ਵਰਕ ਪਰਮਿਟ ਇਸ਼ੂ ਕਰ ਰਹੀ ਗੌਰਮੈਂਟ, ਨਾ ਅਸੀਂ ਹੁਣ ਸਾਨੂੰ USA ਜਾਣਾ ਹੈ, ਕੰਮ ਤੋਂ ਵਿਹਲੇ ਬੈਠੇ ਆ ਜੀ ਘਰੇ। ਸਾਡਾ ਪ੍ਰੋਬਲਮ ਇਹ ਆ ਰਹੀ ਸਾਨੂੰ, ਸਾਡਾ ਜਿਆਦਾ ਵਰਕ ਪਰਮਿਟ ਇਸ਼ੂ ਕਰਨ ਸਾਨੂੰ, ਸਾਡਾ ਕਸੂਰ ਕੀ ਹੈ ਜੀ? 4 ਮਹੀਨੇ ਤੋਂ 5 ਮਹੀਨੇ ਤੋਂ ਵਰਕ ਪਰਮਿਟ ਅਪਲਾਈ ਕਰ ਚੁੱਕੇ ਹਾਂ ਅਸੀਂ ਤੇ ਸਾਡਾ ਅਸੀਂ ਬੇਰੁਜ਼ਗਾਰ ਕਰਤਾ ਜੀ ਗੌਰਮੈਂਟ ਨੇ। 1 ਮਿੰਟ ਲਈ ਹੋਲਡ ਕਰਿਓ ਸਰ, ਆਪਾਂ ਆਨਸਰ ਦਈਏ ਇਹਨਾਂ ਨੂੰ ਜਾਂ ਕੁਝ ਪੁੱਛਣਾ ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਿ ਜੀ ਸਿਚੁਏਸ਼ਨ ਤੁਸੀਂ ਕੀ ਕਰ ਸਕਦੇ ਹੋ। ਥੈਂਕ ਯੂ। ਤੁਸੀਂ ਕਿਉਂਕਿ ਬਹੁਤ ਜ਼ਿਆਦਾ ਮੁੰਡੇ ਫਸੇ ਬੈਠੇ ਆ ਜੀ ਕੰਮ ਤੋਂ, ਨਾ ਅਸੀਂ ਇੰਡੀਆ ਜਾ ਸਕਦੇ ਆ, ਅਸੀਂ ਬੜੇ ਪ੍ਰੋਬਲਮ ਦੇ ਵਿੱਚ। ਬਿਲਕੁਲ ਜੀ, ਅਸੀਂ ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ। ਤੁਸੀਂ ਵੀ ਵਰਕ ਪਰਮਿਟ ਇਨਸਾਈਡ ਕੈਨੇਡਾ ਸਾਨੂੰ ਫਾਸਟ ਕਰਨਾ ਚਾਹੀਦਾ। ਤੁਹਾਨੂੰ ਪਹਿਲਾਂ 50 ਦਿਨ ਸੀ, ਹੁਣ ਇਹਨਾਂ ਨੇ 80 ਦਿਨ ਕਰਤੇ, ਉਹ ਵੀ ਪੂਰੇ ਕਰ ਲਏ। 4 ਮਹੀਨੇ ਹੋ ਗਏ ਜੀ ਮੀਟਿੰਗ ਦੇ ਵਿੱਚ ਬੈਠੇ ਆ ਜੀ, ਨਾ ਸਾਡੇ ਕੋਲ ਕੰਮ ਹੈ, ਅਸੀਂ ਕੀ ਕਰੀਏ ਜੀ, ਕਿੱਥੋਂ ਖਾਈਏ? ਬਿਲਕੁਲ ਜੀ ਬਿਲਕੁਲ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਅਜਿਹੀ ਸਿਚੁਏਸ਼ਨ 'ਚ ਕੀ ਕੀਤਾ ਜਾ ਸਕਦਾ। ਕਿਉਂਕਿ ਅਸੀਂ ਕੋਵਿਡ ਦੇ ਵਿੱਚ ਅਸੀਂ ਕੋਈ ਪੈਸਾ ਨਹੀਂ ਲਿਆ ਗੌਰਮੈਂਟ ਤੋਂ ਜੀ, ਅਸੀਂ ਕੰਮ ਕੀਤਾ ਕੋਵਿਡ ਦੇ ਵਿੱਚ, ਹੁਣ ਵੀ ਅਸੀਂ ਕੰਮ ਕਰਨਾ ਚਾਹੁੰਦੇ ਆ, ਅਸੀਂ ਸਾਨੂੰ ਬੇਰੁਜ਼ਗਾਰ ਕਰਕੇ ਭਾਇਆ ਵਾ ਕਰੇ ਗੌਰਮੈਂਟ। ਬਿਲਕੁਲ ਜੀ ਬਿਲਕੁਲ, ਥੈਂਕ ਯੂ ਜੀ, ਤੁਸੀਂ ਕਾਲ ਕੀਤੀ ਹੈ ਜੀ, ਸ਼ੁਕਰੀਆ ਜੀ ਸਰ। ਤਰਨ ਪਹਿਲੇ ਤਾਂ ਸਭ ਤੋਂ ਪਹਿਲਾਂ ਤਾਂ ਸੈਲਿਊਟ ਇਹੋ ਜਿਹੇ ਫਰੰਟ ਲਾਈਨ ਵਰਕਰਸ ਨੂੰ, ਬਿਕੋਜ਼ ਕੋਵਿਡ ਦੇ ਟਾਈਮ ਤੇ ਇਹੋ ਜਿਹੇ ਫਰੰਟ ਲਾਈਨ ਵਰਕਰਸ ਨੇ ਕੈਨੇਡਾ ਦਾ ਐਂਡ ਕੈਨੇਡੀਅਨ ਇਕੋਨਮੀ ਦਾ, ਕੈਨੇਡੀਅਨ ਲੋਕਾਂ ਦਾ ਬਹੁਤ ਸਾਥ ਦਿੱਤਾ ਹੈਗਾ। ਬਿਕੋਜ਼ ਜਦੋਂ ਸਾਰੀ ਚੀਜ਼ਾਂ ਬੰਦ ਸੀਗੀਆਂ, ਟਰੱਕਰ ਸੀਗੇ ਜਿਹੜੇ ਪਰਲੇ ਪਾਸਿਓਂ ਨਾਰਥ ਆਫ ਬਾਰਡਰ ਤੋਂ ਸਮਾਨ ਸਾਰਾ ਇੱਧਰ ਸਾਊਥ ਆਫ ਬਾਰਡਰ ਤੋਂ ਲੈ ਕੇ ਇੱਧਰ ਆ ਰਹੇ ਸੀਗੇ। ਆਈ ਡੋਂਟ ਨੋ ਕਿ ਤੁਹਾਡੇ ਸਰਕਮਸਟੈਂਸਿਸ ਦੇ ਵਿੱਚ ਕੀ ਹੋਇਆ। ਤੁਸੀਂ ਵੈਸੇ ਆਪਣੇ ਕੰਸਲਟੈਂਟ ਜਾਂ ਲਾਇਰ ਦੀ ਸਲਾਹ ਜ਼ਰੂਰ ਲਿਆ ਜੇ। ਇੱਕ ਅਪਡੇਟ ਜ਼ਰੂਰ ਆਈ ਸੀਗੀ ਕਿ ਜਿਹੜੇ ਐਪਲੀਕੈਂਟ ਦੇ ਕੋਲ ਪਹਿਲੇ ਵਰਕ ਪਰਮਿਟ ਸੀਗਾ ਐਂਡ ਨਵਾਂ LMIA ਲੈ ਕੇ ਤੁਸੀਂ ਉਸੇ ਇੰਪਲੋਇਰ ਨਾਲ ਕੰਮ ਕਰਨ ਜਾ ਰਹੇ ਹੋ, you are authorized to work with those employers and ਉਹ ਜਿਹੜਾ ਤੁਹਾਡਾ ਐਪਲੀਕੇਸ਼ਨ ਪ੍ਰੋਸੈਸਿੰਗ ਵੀ ਸੀਗੀ ਉਹ ਰਿਲੇਟਿਵਲੀ ਫਾਸਟ ਸੀ। ਆਈ ਡੋਂਟ ਨੋ ਤੁਹਾਡੇ ਸਰਕਮਸਟੈਂਸਿਸ ਦੇ ਵਿੱਚ ਇਸ ਤਰ੍ਹਾਂ ਦੀ ਕਿਉਂ ਚੀਜ਼ਾਂ ਆਈਆਂ ਕਿ ਇਹ ਨਹੀਂ ਹੋ ਰਿਹਾ। ਆਪਣੇ ਕੰਸਲਟੈਂਟ, ਆਪਣੇ ਲਾਇਰ ਨਾਲ ਬੈਠ ਕੇ ਇੱਕ ਵਾਰੀ ਆਪਣਾ ਕੇਸਿਸ, ਆਪਣੀ ਚੀਜ਼ਾਂ ਦੁਬਾਰਾ ਡਿਸਕਸ ਕਰੋ। ਐਂਡ ਇੱਕ ਚੀਜ਼ ਹੋਰ ਹੈਗੀ ਹੈ, ਹੁਣ ਨਵੀਂ ਗਵਰਨਮੈਂਟ ਵੀ ਸਵਰਨ ਇਨ ਹੋ ਚੁੱਕੀ ਹੈ
ਜਿਹੜੇ ਤੁਹਾਡੇ ਏਰੀਆ ਦੇ ਐਮਪੀ ਹੈਗੇ ਨੇ, ਮੈਂਬਰਸ ਪਾਰਲੀਮੈਂਟ ਹੈਗੇ ਨੇ, ਤੁਸੀਂ ਉਹਨਾਂ ਨੂੰ ਵੀ ਜਾ ਕੇ ਆਪਣਾ ਸਮੱਸਿਆ ਦੱਸ ਸਕਦੇ ਹੋ ਐਂਡ ਹੀ ਔਰ ਸ਼ੀ ਜੋ ਵੀ ਹੈਗੇ ਨੇ, ਹੀ ਕੈਨ ਅਸਿਸਟ ਯੂ ਔਰ ਸ਼ੀ ਕੈਨ ਅਸਿਸਟ ਯੂ ਇਨ ਦਿਸ ਐਪਲੀਕੇਸ਼ਨ ਐਜ਼ ਵੈਲ। ਸਰ ਅਜਿਹੀਆਂ ਐਪਲੀਕੇਸ਼ਨਸ ਨੂੰ ਤਾਂ ਫਾਸਟ ਟਰੈਕ ਕਰਨਾ ਚਾਹੀਦਾ ਹੈ ਕਿ ਕਿਉਂਕਿ ਇਸ ਵਕਤ ਕਿਉਂਕਿ ਉਹ ਖੁਦ ਕਹਿ ਰਹੇ ਨੇ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਤੇ ਗਵਰਨਮੈਂਟ ਦੇ ਉੱਤੇ ਨਹੀਂ ਅਸੀਂ ਨਿਰਭਰ ਰਹਿਣਾ ਤਰਨ ਚਾਹੁੰਦੇ। ਐਬਸੋਲੂਟਲੀ ਐਸੇ ਵਾਸਤੇ ਉਹ ਰੂਲਿੰਗ ਜਿਹੜੀ ਆਈ ਸੀਗੀ ਕਿ ਜੇ ਤੁਸੀਂ LMIA ਨਵਾਂ ਵੀ ਲੈ ਲਿਆ ਤਾਂ ਤੁਸੀਂ ਆਥੋਰਾਈਜ਼ਡ ਹੈਗੇ ਉਹ ਕੰਮ ਕਰਨ ਤੇ ਆਈ ਡੋਂਟ ਨੋ ਕਿ ਇਹਨਾਂ ਦੇ ਸਰਕਮਸਟੈਂਸਸ ਹੋ ਸਕਦਾ ਕੁਝ ਡਿਫਰੈਂਟ ਹੋਣ, ਉਸ ਕੈਟੇਗਰੀ ਦੇ ਵਿੱਚ ਫਾਲ ਨਾ ਕਰਦੇ ਹੋਣ, ਬਟ ਜੋ ਕੁਝ ਦੱਸ ਰਹੇ ਨੇ ਉਸ ਹਿਸਾਬ ਦੇ ਨਾਲ ਹੀ appears to be in the same category। ਸੋ ਬੈਸਟ ਬੈਟ ਹੈ ਇਹਨਾਂ ਵਾਸਤੇ ਇਹ ਹੈਗੀ ਹੈ ਜਿਹੜੇ ਆਪਣੇ ਏਰੀਆ ਦੇ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਨਾਲ ਜਾ ਕੇ ਆਪਣਾ ਕੇਸ, ਆਪਣੀ ਮੁਸੀਬਤ ਡਿਸਕਸ ਕਰੋ ਐਂਡ ਹੀ ਔਰ ਸ਼ੀ ਵੁੱਡ ਬੀ ਏਬਲ ਟੂ ਹੈਲਪ ਯੂ ਆਊਟ। ਤੁਹਾਡੀ ਕੇਸ ਦੀ ਅਪਡੇਟਸ ਇਮੀਡੀਏਟ ਤੁਹਾਨੂੰ ਦੇ ਸਕਦੇ ਨੇ। ਬਿਲਕੁਲ ਜੀ, ਸੋ ਤੁਸੀਂ ਕੋਸ਼ਿਸ਼ ਕਰੋ ਜੀ ਉਹਨਾਂ ਨਾਲ ਸੰਪਰਕ ਕਰਨ ਦੀ, ਜਿਹੜੇ ਵੀ ਤੁਹਾਡੇ ਐਮਪੀ ਨੇ ਵਾਲੇ ਇਲਾਕੇ ਦੇ ਵਿੱਚ। ਸਰ ਅਗਲਾ ਥੋੜਾ ਜਿਹਾ ਗੱਲਬਾਤ ਕਰ ਲਈਏ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਵਿੱਚ। ਸੋ 30,000 ਐਪਲੀਕੇਸ਼ਨ ਸੀ, ਕਿੰਨੀਆਂ ਕੁ ਆ ਗਈਆਂ, ਕਿੰਨੀਆਂ ਕੁ ਰਹਿ ਗਈਆਂ? ਕਰਨ 23 ਸਤੰਬਰ ਤੋਂ ਇਨਵੀਟੇਸ਼ਨਸ ਆਣੇ ਸ਼ੁਰੂ ਹੋਏ ਸੀਗੇ। 4 ਅਕਤੂਬਰ ਨੂੰ ਇੱਕ ਅਪਡੇਟ ਆ ਗਈ ਕਿ all 30,000 invitations have been issued। So 30,000 invitations issue ਹੋ ਚੁੱਕੇ ਨੇ ਜੀ for this 2021। ਜੀ ਗੱਲ ਕਰਾਂਗੇ ਇਹਦੇ ਬਾਰੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਮਿੱਤਰੇ ਤੋਂ ਬੋਲ ਰਹੇ ਸਰ ਜੀ, ਆਪਣੇ ਮਿੱਤਰੇ ਤੋਂ ਬੋਲ ਰਹੇ। ਦੱਸੋ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੀ ਫਾਈਲ PR ਲਾਈ ਹੋਈ ਆ ਮੇਰੀ 2019 ਚ ਲਾਈ ਸੀ ਮੈਂ, ਤੇ 3 ਸਾਲ ਹੋ ਗਏ, ਸਾਡਾ 2 ਸਾਲ ਦਾ ਬੱਚਾ ਵੀ ਆ, ਉਹ ਪਹਿਲਾਂ ਜੇ ਇੰਡੀਆ ਹੀ ਹੈ, ਤੇ ਉਹ ਪਤਾ ਨਹੀਂ ਉਹਨਾਂ ਦਾ ਕੁਝ ਨਹੀਂ, ਮੈਨੂੰ ਪਤਾ ਚੱਲਦਾ ਸਾਰਾ ਕੁਝ, ਐਵਰੀਥਿੰਗ ਡਨ ਹੈ, ਇੱਕ ਵੀਜ਼ਾ ਹੀ ਨਹੀਂ ਦੇ ਰਹੇ। ਤੁਸੀਂ PR ਹੈਗੇ ਹੋ, ਸਿਟੀਜ਼ਨ ਹੈਗੇ ਹੋ, ਸਪਾਊਸਲ ਐਪਲੀਕੇਸ਼ਨ ਲੱਗੀ ਸੀ ਤੁਹਾਡੀ? ਹਾਂਜੀ ਸਪੋਜ਼ ਮੈਂ PR ਰਾਈਟ ਨਾਓ, ਹੁਣ ਮੈਂ ਸਿਟੀਜ਼ਨ ਅਪਲਾਈ ਕੀਤੀ ਹੈ, ਮੈਂ ਸਿਟੀਜ਼ਨ ਦਾ ਐਗਜ਼ਾਮ ਦੇਣਾ ਹੁਣ। ਠੀਕ ਹੈ ਜੀ, ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਨੈਕਸਟ ਕਾਲਰ ਜੁੜ ਗਏ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਤਰਨਜੀਤ ਜੀ। ਸਤਿ ਸ਼੍ਰੀ ਅਕਾਲ। ਮੈਂ ਬੈਂਟਨ ਤੋਂ ਬੋਲਦੀ ਸੀ। ਹਾਂਜੀ, ਮੈਂ 2019 ਚ ਨੈਣੀ ਬੇਸਿਸ ਤੇ ਆਈ ਸੀ, ਤੇ ਮੈਂ 2021 ਜਨਵਰੀ ਚ ਆਪਣੀ PR ਲਈ ਅਪਲਾਈ ਕੀਤਾ ਸੀ, ਤੇ ਮੈਨੂੰ AOR ਅਪ੍ਰੈਲ ਦੇ ਵਿੱਚ ਆ ਗਿਆ ਸੀਗਾ ਕਿ ਮੈਨੂੰ ਦੱਤਾ ਸਰ ਦੱਸ ਸਕਦੇ ਨੇ ਕਿ ਮੈਂ ਕਦੋਂ ਤੱਕ ਮੈਨੂੰ ਆ ਜਾਊਗਾ, ਕੋਈ ਮੇਰੇ ਕੋਲ ਵਰਕ ਪਰਮਿਟ ਦਾ ਵੀ ਕੁਝ ਨਹੀਂ ਆਇਆ ਹਾਲੇ ਤੱਕ ਜੀ। ਸਰ ਆਪਾਂ ਕੁਝ ਪੁੱਛਣਾ ਹੈ, ਆਨਸਰ ਦਈਏ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਪਹਿਲਾਂ US ਜਿਨ੍ਹਾਂ ਨੇ ਕਾਲ ਕੀਤੀ ਸੀ ਆਪਣੇ ਹਸਬੈਂਡ ਦੇ ਬਾਰੇ ਵਿੱਚ ਕਿ ਕੁਝ ਨਹੀਂ ਉਹਨਾਂ ਦਾ ਆਇਆ ਰਿਪਲਾਈ। ਕਰਨ ਐਜ਼ ਅ ਮੈਟਰ ਆਫ ਫੈਕਟ ਜਿੰਨੇ ਸਪਾਊਸਲ ਐਪਲੀਕੇਸ਼ਨਸ ਹੈਗੀਆਂ ਹੁਣ ਸਾਰਿਆਂ ਤੇ ਕੰਮ ਹੋ ਰਿਹਾ ਜੀ ਇਸ ਟਾਈਮ ਤੇ, ਬਟ ਇੱਕ ਚੀਜ਼ ਤੁਹਾਨੂੰ ਬੀਅਰ ਇਨ ਮਾਈਂਡ ਕਰਨੀ ਜ਼ਰੂਰ ਪਏਗੀ ਕਿ ਜਿਹੜਾ ਇਸ ਟਾਈਮ ਪ੍ਰੋਸੈਸਿੰਗ ਸਟਾਫ ਹੈ ਨਾ, ਡਿਸੀਜਨ ਮੇਕਿੰਗ ਸਟਾਫ ਹੈਗਾ, ਉਹ ਰਿਲੇਟਿਵਲੀ ਕਾਫੀ ਘੱਟ ਹੈਗਾ ਨਵੀਂ ਦਿੱਲੀ ਦੇ ਵਿੱਚ ਬੈਠਾ ਹੋਇਆ। ਸੋ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਐਂਡ ਫਾਈਲਸ ਮੂਵ ਹੋ ਰਹੀਆਂ, ਹੁਣ ਵੀਜ਼ਾ ਇਸ਼ੂ ਵੀ ਹੋ ਰਹੇ ਨੇ ਸਪਾਊਸਲ ਐਪਲੀਕੇਸ਼ਨਸ ਦੇ ਉੱਤੇ। ਸੋ ਇੱਕ ਵਾਰੀ ਅਗੇਨ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਨਾਲ ਕੰਸਲਟ ਕਰਕੇ ਉਹਨਾਂ ਨੂੰ ਆਪਣੀ ਸਿਚੁਏਸ਼ਨ ਦੱਸ ਸਕਦੇ ਹੋ ਕਿ ਤੁਸੀਂ ਕਿਸ ਮੁਸੀਬਤ ਦੇ ਵਿੱਚੋਂ ਨਿਕਲ ਰਹੇ ਹੋ ਐਂਡ ਤੁਹਾਡੇ ਬੇਬੀ ਵੀ ਉੱਥੇ ਹੈਗਾ ਆ ਐਂਡ ਤੁਹਾਡੇ ਸਪਾਊਸ ਜਿੰਨੀ ਜਲਦੀ ਆਣਗੇ ਉਹਨਾਂ ਬੈਟਰ ਰਹੇਗਾ। ਸੋ ਉਹ ਜੇ ਤੁਸੀਂ ਕਰੋਗੇ ਤੇ that might assist you at least update ਲੈਣ ਵਾਸਤੇ ਕਿ ਕਿੱਥੇ ਤੁਹਾਡੀ ਫਾਈਲ ਖੜੀ ਹੈਗੀ। ਜੀ ਬਿਲਕੁਲ, ਬ੍ਰੈਂਪਟਨ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਨੈਣੀ ਦੇ ਬਾਰੇ ਵਿੱਚ। ਤਰਨ ਇਹਨਾਂ ਨੂੰ ਵੀ ਸੈਲਿਊਟ ਹੈਗਾ ਜੀ, ਬਿਕੋਜ਼ ਫਰੰਟ ਲਾਈਨ ਵਰਕਰ ਹੈਗੇ ਨੇ, ਜਿਹੜੇ ਘਰ ਦੇ ਵਿੱਚ ਸਾਡੇ ਐਲਡਰਲੀ ਪੇਸ਼ੈਂਟਸ ਹੈਗੇ ਨੇ ਜਾਂ ਐਲਡਰਲੀ ਬਜ਼ੁਰਗ ਹੈਗੇ ਨੇ ਜਾਂ ਘਰ ਦੇ ਵਿੱਚ ਛੋਟੇ ਬੱਚੇ ਹੈਗੇ ਨੇ, ਉਹਨਾਂ ਨੂੰ ਲੁੱਕ ਆਫਟਰ ਕਰਦੇ ਨੇ। ਐਂਡ ਪੈਂਡੈਮਿਕ ਦੇ ਵਿੱਚ ਯੈਸ ਜਿੱਥੇ ਫੈਮਲੀਜ਼ ਉਹਨਾਂ ਦੀਆਂ ਪਿੱਛੇ ਹੈਗੀਆਂ, ਕੇਅਰ ਗਿਵਰਸ ਨੇ ਵੀ ਬੜਾ ਸਫਰ ਕੀਤਾ ਹੈਗਾ। ਸੋ ਬਟ ਅੱਜ ਦੀ ਤਰੀਕ ਦੇ ਵਿੱਚ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਜੀ, ਇਸ ਟਾਈਮ ਤੇ ਤਕਰੀਬਨ 12,000 ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਇਸ ਟਾਈਮ ਪ੍ਰੋਸੈਸ ਦੇ ਵਿੱਚ ਹੈਗੀਆਂ ਕੇਅਰ ਗਿਵਰਸ ਦੀਆਂ। ਐਂਡ ਐਸੇ ਕਰਕੇ Tier 2 PR ਦੇ ਵਿੱਚ ਇੱਕ ਕੈਟੇਗਰੀ ਦੇ ਵਿੱਚ 4411, 4411 ਐਂਡ 4412 ਦੇ ਵਿੱਚ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਉਸ ਸਟੇਟ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੈਗੇ ਹੋ। ਸੋ you will have to wait and watch only, that is the only suggestion I can give you। and ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈਗਾ ਤੇ ਤੁਹਾਨੂੰ ਤੁਸੀਂ ਜੇ ਐਪਲੀਕੇਸ਼ਨ ਲਗਾਈ ਹੋਈ ਹੈ ਅਗੇਨ check with seek help of your member parliament। ਜੀ ਬਿਲਕੁਲ, ਨੈਕਸਟ ਕਾਲਰ ਜੁੜ ਗਏ ਨੇ, ਕਾਲ ਦਾ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਨੀਲ ਹੈ, ਮੈਂ ਸਰੀ ਤੋਂ ਬੋਲ ਰਿਹਾ ਜੀ। ਸੁਨੀਲ ਐਂਡ ਮੇਰਾ ਕੁਐਸਚਨ ਸੀਗਾ ਕਿ ਮੇਰੀ PR ਫਾਈਲ ਲੱਗੀ ਹੋਈ ਹੈ ਐਂਡ ਇਟਸ ਆਲਮੋਸਟ 6 ਮੰਥਸ, ਤੇ ਮੈਂ ਆਪਣੇ ਇਮੀਗ੍ਰੇਸ਼ਨ ਏਜੰਟ ਨਾਲ ਵੀ ਗੱਲ ਕੀਤੀ ਐਂਡ देयर इज नो ਆਨਸਰ ਅਬਾਊਟ ਇਟ। ਸੋ ਜਸਟ ਵੰਡਰਿੰਗ ਕਿ PNP ਕੇਸ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਰਿਹਾ ਹੈ ਐਂਡ ਇਜ਼ देयर ਐਨੀ ਚਾਂਸ ਕਿ ਆਪਾਂ ਪਾਸ ਕਰ ਸਕਦੇ ਹਾਂ ਪ੍ਰੋਸੈਸ ਨੂੰ ਜਾਂ ਰਿਕੁਐਸਟ ਕਰ ਸਕਦੇ ਹਾਂ? ਸੁਨੀਲ, ਤੁਹਾਡੀ ਜਿਹੜੀ ਐਪਲੀਕੇਸ਼ਨ ਲੱਗੀ ਉਹ ਕਿਹੜੀ ਕੈਟੇਗਰੀ ਦੇ ਵਿੱਚ, PNPs ਦੇ ਵਿੱਚ ਹੈਗੀ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਹੈਗੀ ਹੈ?
ਇਹ ਐਕਸਪ੍ਰੈਸ ਐਂਟਰੀ ਦੇ ਵਿੱਚ ਲੱਗੀ ਹੈ ਜੀ। ਐਂਡ ਕਿਹੜੇ ਡਰਾ ਦੇ ਵਿੱਚ ਤੁਸੀਂ ਪਿਕ ਹੋਏ ਸੀਗੇ? That was in March, I guess. तो 75 ਤੋਂ ਬਾਅਦ ਵਾਲੇ ਡਰਾ ਦੇ ਵਿੱਚ ਤੁਸੀਂ ਪਿਕ ਹੋਏ ਹੋ, ਇਜ਼ ਦੈਟ ਸੋ? 75 ਵਾਲੇ ਪਹਿਲੇ ਡਰਾ ਚ ਹੋ ਗਏ ਸੀ ਜੀ ਮੈਂ। ਉਸ ਤੋਂ ਪਹਿਲਾਂ ਵਾਲੇ ਠੀਕ ਹੈ ਜੀ, ਥੈਂਕ ਯੂ। ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਮ, ਮੈਂ ਇੰਡੀਆ ਤੋਂ ਗੱਲ ਕਰ ਰਹੀ ਹਾਂ। ਮੇਰੇ ਦੋ ਸਵਾਲ ਨੇ। ਹਾਂਜੀ। ਮੈਂ ਐਕਚੁਅਲੀ ਕੇਅਰ ਗਿਵਰ ਦੀ ਫਾਈਲ ਲਗਾਈ ਸੀ 2020 ਦੇ ਵਿੱਚ ਤੇ ਮੈਨੂੰ ਪਰਮਾਨੈਂਟ AOR ਆ ਗਿਆ ਸੀ। ਉਸ ਤੋਂ ਬਾਅਦ ਕੁਝ ਵੀ ਨਹੀਂ ਅਪਡੇਟ ਆ ਰਹੀ ਹੈ ਤੇ ਉਹ ਪੁੱਛਣਾ ਸੀ ਕਿੰਨਾ ਕੁ ਟਾਈਮ ਤੇ ਕੀ ਸਟੇਟਸ ਦੀ ਜਾਣਕਾਰੀ ਪਤਾ ਚੱਲ ਸਕਦੀ ਹੈ, ਕਿਉਂਕਿ IRCC ਕੁਝ ਵੀ ਅਪਡੇਟ ਨਹੀਂ ਕਰ ਰਹੀ ਹੈ ਕੇਅਰ ਗਿਵਰਸ ਪ੍ਰੋਗਰਾਮ ਤੇ। ਦੂਜਾ ਸਵਾਲ ਇਹ ਸੀ ਕਿ ਜਿਵੇਂ ਅਗਰ ਮੈਂ ਟੂਰਿਸਟ ਵੀਜ਼ਾ ਤੇ ਜਾਨੀ ਹਾਂ, ਮੇਰਾ ਬੇਟਾ ਉੱਥੇ ਰਹਿੰਦਾ ਹੈ, ਤੇ ਕੀ ਮੇਰੀ ਫਾਈਲ ਫਾਸਟ ਪ੍ਰੋਸੈਸਿੰਗ ਦੇ ਵਿੱਚ ਆ ਸਕਦੀ ਹੈ ਜਾਂ ਮੈਂ ਟੂਰਿਸਟ ਵੀਜ਼ਾ ਮੈਂ ਲਗਵਾ ਸਕਦੀ ਹਾਂ? ਕੋਈ ਉਹਦੇ ਵਿੱਚ ਮੇਰੀ ਕੇਅਰ ਗਿਵਰ ਫਾਈਲ ਦੇ ਉੱਤੇ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਪ੍ਰੋਸੈਸਿੰਗ ਦੇ ਵਿੱਚ? ਜੀ 1 ਮਿੰਟ ਲਈ ਹੋਲਡ ਕਰਿਓ ਸਰ, ਆਨਸਰ ਦੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਬਰੈਂਪਟਨ ਤੋਂ ਬੋਲ ਰਿਹਾ ਹਾਂ। ਹਾਂਜੀ। ਮੈਂ ਹਾਂਜੀ ਸਵਾਲ ਪੁੱਛਿਆ ਹੈ। ਐਕਚੁਅਲੀ ਨਾ ਮੇਰੇ ਪੇਰੈਂਟਸ ਦੀ ਮੈਂ ਫਾਈਲ ਲਾਈ ਸੀਗੀ 2019 ਦੇ ਵਿੱਚ। ਆਲਮੋਸਟ 28 ਮੰਥਸ ਹੋ ਚੁੱਕੇ ਨੇ ਹੁਣ ਉਹਨਾਂ ਦੀ ਫਾਈਲ ਲੱਗੀ ਨੂੰ, ਤੇ ਉਹਨਾਂ ਦਾ ਹਜੇ ਕੁਝ ਆ ਨਹੀਂ ਰਿਹਾ। ਮੈਂ ਏਜੰਟ ਦੇ ਥਰੂ ਲਵਾਈ ਸੀਗੀ ਤੇ ਮੈਂ ਉਹ ਪੁੱਛਣਾ ਸੀਗਾ ਕਿ ਲਾਈਕ ਓਨਲੀ ਮੇਰੀ ਫਾਈਲ ਜਾਨੀ ਡਿਲੇ ਆ ਜਾਂ ਸਾਰਿਆਂ ਦੀ ਜਿਨ੍ਹਾਂ ਦੀ 2019 ਚ ਲੱਗੀ ਸੀ ਡਿਲੇ ਚੱਲ ਰਹੀਆਂ ਆ ਫਾਈਲਾਂ? ਤੇ ਇੱਕ ਮੇਰਾ ਸਵਾਲ ਹੋਰ ਸੀਗਾ, ਜਦੋਂ ਆਪਾਂ ਆਨਲਾਈਨ ਹੀ ਚੈੱਕ ਕਰੀ ਦੀ ਫਾਈਲ ਕਿ ਆਪਾਂ ਆਨਲਾਈਨ ਟੂਲਸ ਦੇ ਵਿੱਚ ਆ ਕੇ ਉੱਥੇ ਮੈਂ ਇੱਕ ਵਾਰ ਚੈੱਕ ਕੀਤੀ ਸੀ ਤਾਂ ਉੱਥੇ ਜਦੋਂ ਪਹਿਲਾਂ ਆਉਂਦਾ ਸੀ ਐਪਲੀਕੇਸ਼ਨ ਰਿਸੀਵਡ, ਤੇ ਫਿਰ ਮੈਂ ਚੈੱਕ ਕੀਤੀ ਉੱਤੇ ਆਉਣ ਲੱਗ ਪਿਆ ਸੀਗਾ ਐਪਲੀਕੇਸ਼ਨ ਰਿਵਿਊ, ਐਪਲੀਕੇਸ਼ਨ ਇਨ ਪ੍ਰੋਗਰੈਸ। ਤੇ ਫਿਰ ਮੈਂ ਦੁਬਾਰਾ ਹੁਣ ਚੈੱਕ ਕਰ ਰਿਹਾ ਜਾਂ ਤਾਂ ਉੱਥੇ ਫਿਰ ਆ ਰਿਹਾ ਹੈ ਐਪਲੀਕੇਸ਼ਨ ਰਿਸੀਵਡ। ਇਹਦਾ ਮਤਲਬ ਕੁਝ ਮੈਨੂੰ ਦੱਸ ਸਕਦੇ ਹੋ ਤਾਂ ਕੀ ਚੱਕਰ ਹੈ? ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਬੇਟਾ ਮੇਰਾ ਸਵਾਲ ਇਹ ਆ, ਮੇਰੇ ਜਮਾਈ ਦੀ ਡੈਥ ਹੋ ਗਈ, ਮੈਂ ਬਿਮਾਰ ਰਹਿੰਦੀ ਆ, ਇੰਡੀਆ ਜਾ ਨਹੀਂ ਸਕਦੀ, 4 ਸਾਲ ਹੋ ਗਏ ਮੈਨੂੰ ਗਈ ਨੂੰ। ਮੇਰੀਆਂ 2 ਪੁੱਤ 2 ਧੀਆਂ ਨੇ, ਇੱਕ ਮੇਰੀ ਬੇਟੀ ਆ। ਮੈਂ ਉਹਨਾਂ ਨੂੰ ਇੱਥੇ ਮੰਗਾਉਣਾ ਚਾਹੁੰਦੀ ਆ, ਮਿਲਣਾ ਚਾਹੁੰਦੀ ਜੀ। ਸਰ ਆਪਾਂ ਆਨਸਰ ਦੇ ਸਕਦੇ ਹਾਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਸਰ ਪਹਿਲਾਂ ਸੁਨੀਲ ਜੀ ਦੀ ਕਾਲ ਆਈ ਸੀ ਸਰੀ ਤੋਂ, ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ PR ਦੀ ਫਾਈਲ 6 ਮਹੀਨੇ ਹੋ ਗਏ ਲਗਾਈ ਨੂੰ, ਪਰ ਕੋਈ ਆਨਸਰ ਨਹੀਂ ਅਜੇ ਤੱਕ ਆ ਰਿਹਾ। ਓਕੇ, ਜੇ ਅਸੀਂ PR to PR ਇਹਨਾਂ ਨੇ ਉਹ 75 ਦੇ ਡਰਾ ਤੋਂ ਪਹਿਲਾਂ ਲਗਾਈ ਜੀ 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 ਤਰਨ, ਵੈਸੇ ਗਵਰਨਮੈਂਟ ਇਜ਼ ਔਨ ਟਰੈਕ। ਇਸ ਸਾਲ ਦਾ ਜਿਹੜਾ ਟਾਰਗੇਟ ਸੀਗਾ 4,01,000 ਇਮੀਗ੍ਰੈਂਟ ਦਾ ਸੀਗਾ, ਜਿਹੜਾ ਲਾਸਟ ਡਾਟਾਜ਼ ਅਪਡੇਟ ਹੋਏ ਨੇ ਟਿਲ ਅਗਸਤ 2,22,000 ਐਪਲੀਕੇਸ਼ਨਸ ਪ੍ਰੋਸੈਸ ਹੋ ਚੁੱਕੀਆਂ ਹੈਗੀਆਂ। ਐਂਡ ਈਵਨ ਅਗਸਤ ਦੇ ਮਹੀਨੇ ਦੇ ਵਿੱਚ ਤਕਰੀਬਨ 38,000 ਐਪਲੀਕੇਸ਼ਨਸ ਪ੍ਰੋਸੈਸ ਹੋਈਆਂ ਤਰਨ। ਐਂਡ ਹਰ ਮਹੀਨੇ ਤਕਰੀਬਨ 40,000 45,000 ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ ਅਗਲੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਵੀ। ਸੋ ਹੋਪਫੁਲੀ ਯੋਰ ਐਪਲੀਕੇਸ਼ਨ ਵੁੱਡ ਗੈਟ ਪ੍ਰੋਸੈਸਡ, ਬਿਕੋਜ਼ ਗਵਰਨਮੈਂਟ ਨੇ ਵੀ ਆਪਣੇ ਰਿਪੋਰਟ ਕਾਰਡ ਦੇ ਵਿੱਚ, ਆਪਣੇ ਡਿਪਾਰਟਮੈਂਟ ਨੇ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਵੀ ਆਪਣੇ ਰਿਪੋਰਟ ਕਾਰਡ ਦੇ ਵਿੱਚ ਅਪਡੇਟਸ ਦੇਣੀਆਂ ਹੈਗੀਆਂ। ਪਾਰਲੀਮੈਂਟ 'ਚ ਆਪੋਜੀਸ਼ਨਸ ਨੂੰ ਆਨਸਰ ਕਰਨਾ ਹੈ ਕਿ how are we doing on the targets. So by the end of this year I am very hopeful ਕਿ ਤੁਹਾਡੀਆਂ ਐਪਲੀਕੇਸ਼ਨਸ ਜਿਹੜੇ ਰਿਮੇਨਿੰਗ 1,80,000 ਐਪਲੀਕੇਸ਼ਨਸ ਹੈਗਾ ਉਹਨਾਂ ਦੇ ਵਿੱਚ ਪਿਕ ਹੋ ਜਾਏਗੀ। ਜੀ ਬਿਲਕੁਲ। ਉਸ ਤੋਂ ਬਾਅਦ ਸੀ ਨੈਕਸਟ ਇੰਡੀਆ ਤੋਂ, ਜਿਨ੍ਹਾਂ ਦੀ ਕਾਲ ਆਈ ਸੀ 2020 ਉਹਨਾਂ ਨੇ ਐਪਲੀਕੇਸ਼ਨ ਲਗਵਾਈ ਸੀ ਕੇਅਰ ਗਿਵਰ ਦੀ, ਤੇ AOR ਆ ਚੁੱਕਿਆ ਪਰਮਾਨੈਂਟ। ਕੋਈ ਉਸ ਤੋਂ ਬਾਅਦ ਅਪਡੇਟ ਨਹੀਂ ਆਈ। ਜੇ ਟੂਰਿਸਟ ਵੀਜ਼ਾ ਤੇ ਆਉਂਦੇ ਨੇ ਤਾਂ ਕੋਈ ਫਰਕ ਤਾਂ ਨਹੀਂ ਪਏਗਾ ਉਹਨਾਂ ਦੀ ਐਪਲੀਕੇਸ਼ਨ ਤੇ? ਓਕੇ ਜੀ, ਸਭ ਤੋਂ ਪਹਿਲਾਂ ਤਾਂ ਇਸ ਟਾਈਮ ਤੇ ਇੱਕ ਚੀਜ਼ ਯਾਦ ਰੱਖਿਓ, ਇਕੱਲੀ ਤੁਹਾਡੀ ਐਪਲੀਕੇਸ਼ਨ ਨਹੀਂ ਹੈਗੀ। ਐਂਡ ਇਹ ਨਾ ਸੋਚੋ ਕਿ 2019 ਪਿਛਲੇ 18 ਮਹੀਨਿਆਂ ਨੂੰ ਤਾਂ ਤੁਸੀਂ ਕੱਢ ਹੀ ਦਿਓ, ਕਿਉਂਕਿ ਪਿਛਲੇ 18 ਮਹੀਨਿਆਂ ਦੇ ਵਿੱਚ ਕੋਈ ਵੀ ਟੈਕਨੀਕਲੀ ਕੋਈ ਵੀ ਫਾਈਲ ਮੂਵਮੈਂਟ ਵਗੈਰਾ ਨਹੀਂ ਹੋਈਆਂ। ਐਂਡ ਮਾਰਚ 2020 ਔਨਵਰਡਸ ਹੁਣ ਜਾ ਕੇ ਪਿਛਲੇ 2 ਮਹੀਨਿਆਂ ਦੇ ਵਿੱਚ ਕੋਈ ਮੂਵਮੈਂਟ ਸ਼ੁਰੂ ਹੋਈਆਂ ਹੈਗੀਆਂ ਜੀ ਆਊਟਸਾਈਡ ਆਫ ਕੈਨੇਡਾ। ਸੋ ਯੋਰ ਐਪਲੀਕੇਸ਼ਨ ਵੁੱਡ ਗੈਟ ਪ੍ਰੋਸੈਸਡ। ਇਸ ਟਾਈਮ ਤੇ ਤਕਰੀਬਨ 12,000 ਐਪਲੀਕੇਸ਼ਨਸ ਪੈਂਡਿੰਗ ਹੈਗੀਆਂ। ਸੋ ਜਸਟ ਵੇਟ ਐਂਡ ਵਾਚ ਐਂਡ ਹੋਪਫੁਲੀ ਯੂ ਵਿਲ ਹੀਅਰ ਸਮਥਿੰਗ ਪ੍ਰੀਟੀ ਸੂਨ। ਦੂਸਰੀ ਚੀਜ਼ ਕਿ ਤੁਸੀਂ ਜੇ ਕੈਨੇਡਾ ਵਿਜ਼ਿਟ ਵੀਜ਼ਾ ਤੇ ਆ ਜਾਂਦੇ ਹੋ ਤੇ ਤੁਸੀਂ ਆ ਸਕਦੇ ਹੋ, ਉਹਦੇ 'ਚ ਕੋਈ ਥੀਸ ਆਰ 2 ਡਿਫਰੈਂਟ ਐਪਲੀਕੇਸ਼ਨਸ। ਉਹ ਤੁਸੀਂ ਟੈਂਪਰੇਰੀ ਸਟੇਟਸ ਦੇ ਉੱਤੇ ਵਾਸਤੇ ਆ ਰਹੇ ਹੋ ਐਂਡ ਉਹ ਤੁਹਾਨੂੰ ਐਕਸਪੀਡਾਈਟ ਨਹੀਂ ਕਰੇਗੀ ਤੁਹਾਡੀ ਐਪਲੀਕੇਸ਼ਨ, ਦੈਟ ਇਜ਼ ਸਮਥਿੰਗ ਐਲਸ। ਐਂਡ ਜਿਹੜੀ ਦੂਸਰੀ ਹੈਗੀ ਉਹ ਐਪਲੀਕੇਸ਼ਨ ਇਨ ਸਟ੍ਰੀਮ ਹੈਗੀ, ਇਨ ਪ੍ਰੋਸੈਸ ਹੈਗੀ ਹੈ। ਜੀ ਬ੍ਰਾਂਪਟਨ ਤੋਂ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਪੇਰੈਂਟਸ ਦੀ ਫਾਈਲ ਲਗਾਈ ਹੈ 27-28 ਮੰਥ ਹੋ ਚੁੱਕੇ ਨੇ,
ਆਨਲਾਈਨ ਵੀ ਚੈੱਕ ਕਰਦੇ ਨੇ ਤਾਂ ਸਟੇਟਸ ਚੇਂਜ ਹੀ ਆਉਂਦਾ ਹੈ ਹਰ ਵਾਰੀ। ਅਗੇਨ ਜੀ ਤੁਹਾਡੇ ਵਾਸਤੇ ਵੀ ਸੇਮ ਆਨਸਰ ਮੇਰੇ ਵਾਸਤੇ, ਬਿਕੋਜ਼ 27-28 ਮੰਥ ਕੰਸੀਡਰ ਨਾ ਕਰੋ, ਇਹ ਕੰਸੀਡਰ ਕਰੋ ਕਿ ਪਿਛਲੇ 18 ਮਹੀਨੇ ਤੇ ਸਾਰੇ ਇੱਕ ਨੇ ਰਾਈਟ ਆਫ ਹੀ ਕਰ ਦਿੱਤੇ ਹੈਗੇ। ਸੋ 18 ਮਹੀਨਿਆਂ ਦੇ ਵਿੱਚ ਤਾਂ ਕੁਛ ਕੰਮ ਹੋਇਆ ਨਹੀਂ ਹੈਗਾ। ਸੋ ਬੇਸਿਕਲੀ ਯੈਸ, ਐਜ਼ ਪਰ ਯੂ ਵੈਨ ਯੂ ਗੋ ਪਰ ਐਜ਼ ਪਰ ਦ ਨੰਬਰਸ, ਬਿਲਕੁਲ 28 ਮਹੀਨੇ ਹੋ ਚੁੱਕੇ ਨੇ, ਬਟ ਗਿਵ ਸਮ ਮੋਰ ਟਾਈਮ ਐਂਡ ਹੋਪਫੁਲੀ ਵੀ ਵਿਲ ਸਟਾਰਟ ਗੈਟਿੰਗ ਆਨਸਰ ਸੂਨ। ਐਂਡ ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਹਾਲੇ ਵੀ ਜਿਹੜਾ ਪ੍ਰੋਸੈਸ ਹੈਗਾ ਉਹ ਕੈਨੇਡਾ ਸੈਂਟਰਿਕ ਹੈਗਾ। ਜਿਹੜੇ ਐਪਲੀਕੈਂਟਸ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਦੀ ਐਪਲੀਕੇਸ਼ਨਸ ਦੇ ਉੱਤੇ ਫੋਕਸ ਹੈਗਾ। ਸੋ ਆਊਟਸਾਈਡ ਐਪਲੀਕੇਸ਼ਨਸ ਤੇ ਉਸ ਤਰ੍ਹਾਂ ਫੋਕਸ ਨਹੀਂ ਹੈਗਾ। ਸੋ ਹਾਲੇ ਥੋੜ੍ਹਾ ਜਿਹਾ ਹੋਰ ਟਾਈਮ ਲੱਗੇਗਾ। ਹੋਪਫੁਲੀ ਬਾਈ ਐਂਡ ਆਫ this quarter we are into, we will see lot of changes coming into immigration and ਕਾਫੀ expedited ਵੀ ਹੋਣਗੀਆਂ ਚੀਜ਼ਾਂ। ਜੀ ਬਿਲਕੁਲ। ਉਸ ਤੋਂ ਬਾਅਦ ਮੈਮ ਦੀ ਕਾਲ ਆਈ ਸੀ ਇੱਕ ਬੀਜੀ ਦੀ, ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਜਵਾਈ ਦੀ ਡੈਥ ਹੋ ਗਈ ਹੈ, ਬੇਟੀ ਤੇ ਦੋ ਦੋਤੀਆਂ ਨੇ, ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾਉਣਾ ਚਾਹੁੰਦੇ ਨੇ। ਜੀ ਬਿਲਕੁਲ ਜੀ, ਵੈਰੀ ਸੈਡ ਟੂ ਹੀਅਰ ਅਬਾਊਟ ਯੋਰ ਸਨ ਇਨ ਲਾ, ਬਟ ਜੇ ਤੁਸੀਂ ਆਪਣੇ ਡਾਟਰ ਨੂੰ ਤੇ ਤੁਹਾਡੇ ਗ੍ਰੈਂਡ ਡਾਟਰਸ ਨੂੰ ਤੁਸੀਂ ਆਪਣੇ ਕੋਲ ਬੁਲਾਉਣਾ ਚਾਹੁੰਦੇ ਹੋ, ਐਬਸੋਲੂਟਲੀ ਅੱਜ ਦੀ ਤਰੀਕ ਦੇ ਵਿੱਚ ਇਸ ਸਰਕਮਸਟੈਂਸਿਸ ਦੇ ਵਿੱਚ ਵੀਜ਼ੇ ਗ੍ਰਾਂਟ ਹੋ ਰਹੇ ਨੇ ਜੀ। ਐਂਡ ਯੂ ਹੈਵ ਗੋਟ ਅ ਕੇਸ ਟੂ ਪ੍ਰੈਜ਼ੈਂਟ ਟੂ ਇਮੀਗ੍ਰੇਸ਼ਨ। ਤੁਸੀਂ ਆਪਣੀ ਐਪਲੀਕੇਸ਼ਨ ਸਬਮਿਸ਼ਨ ਦੇ ਵਿੱਚ ਸਾਰੀ ਚੀਜ਼ਾਂ ਲਿਖ ਕੇ ਚੰਗੀ ਤਰ੍ਹਾਂ ਸਬਮਿਟ ਕਰ ਸਕਦੇ ਹੋ, ਜਿਹੜਾ ਵੀ ਤੁਹਾਡਾ ਕੰਸਲਟੈਂਟ ਲਾਇਰ ਐਪਲੀਕੇਸ਼ਨ ਪੁੱਟ ਅਪ ਕਰੇਗਾ। ਐਂਡ ਇਫ ਇਟ ਇਜ਼ ਡਨ ਰਾਈਟ, ਦੇਰ ਸ਼ੁੱਡ ਨਾਟ ਬੀ ਐਨ ਇਸ਼ੂ in getting the visa for your daughter and your granddaughters। ਬਿਲਕੁਲ ਜੀ। ਆਪਾਂ ਵਾਪਸ ਆਈਏ ਟੌਪਿਕ ਦੇ ਉੱਤੇ। ਪੇਰੈਂਟਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਕਿ 30,000 ਇਨਵੀਟੇਸ਼ਨਸ ਪੂਰੇ ਹੋ ਚੁੱਕੇ ਨੇ। ਸੋ ਫੈਬਰੂਰੀ ਅਮਰੀਕਾ 'ਚ ਫਰਾਈਡੇ ਤੱਕ ਦਾ ਸਮਾਂ ਸੀ, ਇਸ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ। ਜਿਨ੍ਹਾਂ ਨੂੰ ਨਹੀਂ ਆਈਆਂ ਲੈਟਰਸ ਜਾਂ ਜਿਹੜੇ ਇਸ ਵਕਤ ਵੇਟ ਕਰ ਰਹੇ ਸੀ, ਕੋਈ ਇੱਦਾਂ ਵੀ ਹੋ ਸਕਦਾ ਕਿ ਕਿਸੇ ਨੂੰ ਮਿਸ ਹੋ ਗਿਆ ਹੋਵੇ। ਤਰਨ ਇੱਕ ਚੀਜ਼ ਜ਼ਰੂਰ ਕਹੂੰਗਾ, 30,000 ਇਨਵੀਟੇਸ਼ਨ ਐਜ਼ ਪਰ IRCC ਇਸ਼ੂ ਕਰ ਦਿੱਤੇ ਗਏ ਨੇ, ਬਟ ਮੈਂ ਪਰਸਨਲੀ ਸਾਡੇ ਆਫਿਸ ਦੇ ਵਿੱਚ ਬੇਇੰਤਹਾ ਨੰਬਰ ਦੇ ਵਿੱਚ ਇਹੋ ਜਿਹੇ ਐਪਲੀਕੈਂਟ ਸਾਡੇ ਆਫਿਸ ਦੇ ਵਿੱਚ ਕਾਲ ਕਰ ਰਹੇ ਨੇ ਜੀ ਕਿ ਸਾਡੀ ਇਨਕਮ ਨਹੀਂ ਬਣ ਰਹੀ, ਆਪਾਂ ਕੀ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਜਿਨ੍ਹਾਂ ਨੇ ਐਪਲੀਕੇਸ਼ਨਸ ਪੁੱਟ ਅਪ ਕੀਤੀਆਂ, ਜੇ ਇਨਕਮ ਨਹੀਂ ਬਣਦੀ ਪਈ ਸੀ ਐਜ਼ ਪਰ ਰਿਕੁਆਇਰਮੈਂਟ ਬੜੀ ਕਲੀਅਰਲੀ ਮੈਂਸ਼ਨਡ ਸੀਗੀਆਂ ਸਾਰੀ ਚੀਜ਼ਾਂ, ਤੁਸੀਂ ਆਪਣੇ ਆਪ ਤੇ ਖੱਜਲ ਹੁੰਦੇ ਹੀ ਪਏ ਹੋ, ਬਟ ਜਿਹੜੇ ਐਕਚੁਅਲ 'ਚ ਕਿਊ ਦੇ ਵਿੱਚ ਹੋਣੇ ਚਾਹੀਦੇ ਸੀਗੇ ਜਾਂ ਜਿਨ੍ਹਾਂ ਦੀ ਐਪਲੀਕੇਸ਼ਨ ਤੁਹਾਡੀ ਜਗ੍ਹਾ ਪਿਕ ਹੋਣੀ ਚਾਹੀਦੀ ਸੀਗੀ, ਉਹ ਰਹਿ ਗਈਆਂ ਹੈਗੀਆਂ ਐਪਲੀਕੇਸ਼ਨਸ। ਸੋ ਬੇਸਿਕਲੀ ਕਦੀ ਵੀ ਇਹੋ ਜਿਹੀ ਚੀਜ਼ ਨਾ ਕਰੋ ਕਿ ਟਰਾਈ ਕਰਨ ਦੇ ਵਿੱਚ ਕੀ ਹਰਜ ਹੈ। ਟਰਾਈ ਨਹੀਂ ਕਰ ਰਹੇ, ਤੁਸੀਂ ਆਪਣੇ ਆਪ ਤੋਂ ਖੱਜਲ ਹੋ ਹੀ ਰਹੇ ਹੋ ਐਂਡ ਤੁਸੀਂ ਬਾਕੀਆਂ ਨੂੰ ਵੀ ਖਰਾਬ ਕਰ ਰਹੇ ਹੈਗੇ ਹੋ। ਐਂਡ ਜਦੋਂ ਵੀ ਤੁਸੀਂ ਇਹੋ ਜਿਹੀ ਚੀਜ਼ਾਂ ਕਰਦੇ ਹੋ ਤੇ ਜਿਹੜੇ ਐਕਚੁਅਲ 'ਚ ਡਿਜ਼ਰਵਿੰਗ ਹੁੰਦੇ ਨੇ ਜਾਂ ਜਿਹੜੇ ਰਿਕੁਆਇਰਮੈਂਟਸ ਮੀਟ ਕਰਦੇ ਹੁੰਦੇ ਨੇ, ਉਹ ਐਪਲੀਕੇਸ਼ਨਸ ਉਹਨਾਂ ਦੀ ਪਿਕ ਨਹੀਂ ਹੁੰਦੀਆਂ। ਹੁਣ ਹੋਏਗਾ ਕੀ ਕਿ 3 ਤੋਂ 6 ਮਹੀਨੇ ਦੇ ਵਿੱਚ ਜੇ ਐਪਲੀਕੇਸ਼ਨਸ ਨਹੀਂ ਜਾਣਗੀਆਂ ਵਾਪਸ, 60 ਡੇਜ਼ ਦਾ ਐਕਚੁਅਲ ਟਾਈਮ ਹੈਗਾ ਆ। ਸੋ 60 ਡੇਜ਼ ਤੋਂ ਬਾਅਦ they will start refusing and ਉਸ ਤੋਂ ਬਾਅਦ we might have another draw in coming few months। but ਇੱਕ ਵਾਰੀ ਤਾਂ ਚਾਂਸ ਚਲਾ ਗਿਆ। ਸੋ ਅੱਜ ਦੀ ਤਰੀਕ ਦੇ ਵਿੱਚ 3 ਸਾਲ ਦੀ ਇਨਕਮ ਦੇਖੀ ਜਾ ਰਹੀ ਹੈ 2018-2019 ਲਾਈਕੋ ਪਲੱਸ 30% ਐਂਡ 2020 ਦੇ ਵਿੱਚ ਬਿਕੋਜ਼ ਆਫ ਪੈਂਡੈਮਿਕ ਕੱਲੀ ਲਾਈਕੋ ਦੇਖੀ ਜਾ ਰਹੀ ਹੈਗੀ ਹੈ। ਸੋ ਆਪਣੀ ਇਨਕਮ ਰਿਕੁਆਇਰਮੈਂਟਸ ਦੇ ਉੱਤੇ ਫੋਕਸ ਰੱਖੋ ਐਂਡ ਤੁਹਾਡੇ ਕੋਲ 60 ਡੇਜ਼ ਦਾ ਟਾਈਮ ਹੈਗਾ ਐਪਲੀਕੇਸ਼ਨ ਨੂੰ ਪੁੱਟ ਅਪ ਕਰਨ ਵਾਸਤੇ। ਜੇ ਤੁਸੀਂ ਪ੍ਰੋਫੈਸ਼ਨਲੀ ਪੁੱਟ ਅਪ ਕਰ ਸਕਦੇ ਹੋ ਅਤੇ ਡੂ ਇਟ, ਅਦਰਵਾਈਜ਼ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ, ਬਿਕੋਜ਼ ਤੁਸੀਂ ਰੀਅਲੀ ਲੱਕੀ ਹੈਗੇ ਹੋ ਜਿਹੜੇ ਉਸ ਡਰਾ ਦੇ ਵਿੱਚ ਤੁਸੀਂ ਪਿਕ ਹੋਏ ਹੋ। ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਈਵਨ ICC ਇਮੀਗ੍ਰੇਸ਼ਨ ਦੇ ਸਾਨੂੰ ਕੰਟੈਕਟ ਕਰ ਸਕਦੇ ਹੋ ਐਂਡ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਐਂਡ ਪ੍ਰੋਫੈਸ਼ਨਲੀ ਹੈਲਪਿੰਗ ਯੂ ਪੁਟਿੰਗ ਅਪ ਦਿਸ ਐਪਲੀਕੇਸ਼ਨ। ਅਸੀਂ ICC ਤੇ ਕੇਪੇਬਲ ਹੈਗੇ ਹਾਂ, ਤੁਹਾਨੂੰ ਹੈਲਪ ਕਰ ਸਕਦੇ ਹਾਂ ਇਸ ਐਪਲੀਕੇਸ਼ਨ ਦੇ ਉੱਤੇ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਮੈंने गेवल ਦੀ ਫਾਈਲ ਲਾਈ ਸੀ 2021 ਚ ਜੀ। ਉਹਦਾ ਟੈਂਟੇਟਿਵ ਨੰਬਰ ਮੈਨੂੰ ਮਿਲ ਗਿਆ ਸੀ ਮਈ ਵਿੱਚ, ਤੇ ਮੈਂ ਹੁਣ ਚਾਹੁੰਦਾ ਕਿ ਮੈਂ ਥੋੜਾ ਜਿਹਾ ਚੇਂਜ ਕਰਨਾ ਚਾਹੁੰਦਾ, ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਮੈਂ ਇਹਦੇ ਵਿੱਚ? ਪ੍ਰਾਈਸ ਲੱਗੀ ਨਾਲ ਇਹਦੇ ਨਾਲ ਦੇ ਰਿਪਲਾਈ ਅਸੀਂ ਪਹਿਲਾਂ ਵੀ ਕਰਕੇ ਹਟੇ ਹਾਂ ਇੱਕ। ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਕੁਝ ਪੁੱਛਣਾ ਤਾਂ ਨਹੀਂ? ਠੀਕ ਹੈ ਜੀ, ਟੀਵੀ ਸਕਰੀਨ ਤੇ ਤੁਸੀਂ ਸੁਣ ਸਕਦੇ ਹੋ ਆਨਸਰ। ਜੀ ਸਰ। ਹਾਲੇ ਬੈਕਲੌਗ ਜਿਹੜਾ ਹੈਗਾ ਜੀ ਤਕਰੀਬਨ 12,000 ਐਪਲੀਕੇਸ਼ਨਸ ਦਾ ਹੈਗਾ। ਮੈਂ ਸੌਰੀ ਤੁਹਾਨੂੰ ਇੱਥੇ ਰੋਕ ਰਹੀ ਹਾਂ, ਬਹੁਤ ਸਾਨੂੰ ਇੱਥੇ ਐਪਲੀਕੇਸ਼ਨ ਆਏ ਹੋਏ ਆ ਕੁਐਸਚਨਸ। ਕੇਅਰ ਗਿਵਰ ਦੇ ਬਾਰੇ ਵਿੱਚ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹਦੇ ਬਾਰੇ ਚ ਸਾਨੂੰ ਅਪਡੇਟ ਦੇ ਦੇਵੋ ਕੀ ਇਸ ਵਕਤ ਚੱਲ ਰਿਹਾ ਵਾ। 12,000 ਐਪਲੀਕੇਸ਼ਨਸ ਹਲੇ ਫਾਈਲਡ ਹੈਗੀਆਂ ਜੀ। ਐਂਡ ਜੇ ਅਸੀਂ ਇਸ ਸਾਲ ਦੀ ਗੱਲ ਕਰੀਏ, ਚਾਈਲਡ ਸਪੋਰਟ ਵਾਲੀਆਂ ਐਪਲੀਕੇਸ਼ਨਸ ਲਿੱਤੀਆਂ ਨਹੀਂ ਜਾ ਰਹੀਆਂ, ਹੋਮ ਸਪੋਰਟ ਦੀਆਂ ਐਪਲੀਕੇਸ਼ਨਸ ਹਾਲੇ ਵੀ ਐਕਸੈਪਟ ਕੀਤੀਆਂ ਜਾ ਰਹੀਆਂ ਹੈਗੀਆਂ, ਹਾਲੇ ਵੀ ਥੋੜਾ ਜਿਹਾ ਐਪਲੀਕੇਸ਼ਨਸ ਬਾਕੀ ਹੈਗੀਆਂ। ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਜੀ, 12,000 ਐਪਲੀਕੇਸ਼ਨਸ ਲੱਗੀਆਂ ਹੋਈਆਂ, ਇਟ ਵਿਲ ਟੇਕ ਟਾਈਮ। ਐਂਡ ਜਦੋਂ ਤੁਹਾਨੂੰ ਯਾਦ ਹੋਏਗਾ ਅਪ੍ਰੈਲ ਦੇ ਵਿੱਚ ਮਈ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਸਾਹਿਬ ਆਏ ਸੀਗੇ ਐਂਡ ਹੀ ਇਸ਼ੂਡ ਅ ਸਟੇਟਮੈਂਟ ਕਿ ਵੀ ਆਰ ਰੀਅਲੀ ਥੈਂਕਫੁਲ ਟੂ ਦਾ ਕੇਅਰ ਗਿਵਰ ਜਿਨ੍ਹਾਂ ਨੇ
ਜਿਨ੍ਹਾਂ ਨੂੰ ਅਸੀਂ ਸੈਲੂਟ ਕਰਦੇ ਹਾਂ ਬਿਕੋਜ਼ ਇਸ ਪੈਂਡੈਮਿਕ ਦੇ ਵਿੱਚ ਉਹ ਸਾਡੇ ਫੈਮਲੀਜ਼ ਨੂੰ ਲੁੱਕ ਆਫਟਰ ਕਰਦੇ ਰਹੇ ਹੈਗੇ ਬਟ ਅਨਫੋਰਚੂਨੇਟਲੀ ਐਪਲੀਕੇਸ਼ਨਸ ਦਾ ਬੈਕਲੌਗ ਹੈਗਾ ਆ ਇੰਨਾ ਐਂਡ ਖਾਸ ਕਰ ਜਿੰਨੇ ਵੀ ਕੇਸ ਪ੍ਰੋਸੈਸਰ ਸੀਗੇ ਜਾਂ ਵੀਜ਼ਾ ਆਫ ਆਫਿਸਰ ਸੀਗੇ ਉਹ ਰਿਮੋਟਲੀ ਕੰਮ ਕਰ ਰਹੇ ਸੀਗੇ ਸੋ ਪੇਪਰ ਐਪਲੀਕੇਸ਼ਨ ਜਿੰਨੀਆਂ ਵੀ ਗਈਆਂ ਹੋਈਆਂ ਸੀਗੀਆਂ ਉਹਨਾਂ ਤੇ ਕੰਮ ਨਹੀਂ ਹੋ ਸਕਿਆ ਸੋ ਐਸੇ ਕਰਕੇ ਡਿਜੀਟਲਾਈਜ਼ ਕੀਤਾ ਜਾ ਰਿਹਾ ਸਾਰੀ ਚੀਜ਼ਾਂ ਤਾਂ ਕਿ ਈਵਨ ਆਨਲਾਈਨ ਸਾਰੀ ਚੀਜ਼ਾਂ ਤਾਂ ਕਿ ਈਵਨ ਜੇ ਇਹੋ ਜਿਹੀ ਸਿਚੁਏਸ਼ਨ ਅੱਗੇ ਵੀ ਅਰਾਈਜ਼ ਹੁੰਦੀ ਹੈ ਤੇ ਘਰ ਬੈਠੇ ਆਫਿਸਰਸ ਉਸੇ ਐਪਲੀਕੇਸ਼ਨ ਨੂੰ ਲੁੱਕ ਆਫਟਰ ਕਰ ਸਕਦੇ ਨੇ ਬਟ ਐਜ਼ ਆਫ ਨਾਓ ਤੁਸੀਂ ਵਿਜ਼ਿਟ ਵੀਜ਼ਾ ਲੈ ਕੇ ਕੈਨੇਡਾ ਆ ਸਕਦੇ ਹੋ ਜੀ ਕੋਈ ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਜੀ ਬਿਲਕੁਲ ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ ਉਹਨਾਂ ਦੀ ਵੀ ਅਸੀਂ ਲੈ ਲਈਏ ਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ ਹਾਂਜੀ ਸਰੀ ਤੋਂ ਹਾਂਜੀ ਦੱਸੋ ਸਰੀ ਜੀ ਤੋਂ ਬੋਲਦੀ ਹਾਂ ਜਿੱਦਾਂ ਵੀ ਸਾਡੀ ਬਹੂ ਨੇ ਨਾ ਆਪਣੀ ਮੰਮਾ ਦੇ ਲਾਟਰੀ ਸਿਸਟਮ ਕੀਤਾ ਸੀ ਪਿਛਲੇ ਸਾਲ ਦਾ ਤੇ ਐਤਕੀ ਫੇਰ ਜਦੋਂ ਫੇਰ ਪੁੱਛਿਆ ਕਹਿੰਦੇ ਨੇ ਉਹੀ ਚੱਲਣਗੇ ਤੇ ਹੁਣ ਉਹ ਆਇਆ ਨਹੀਂ ਕੁਛ ਵੀ ਉਹਦਾ ਟੈਕਸ ਭਰ ਵੀ ਥੱਕ ਗਿਆ ਤਾਂ ਪਤਾ ਨਹੀਂ ਕੀ ਹਿਸਾਬ ਆ ਕੱਲ ਦੀ ਹੋਰ ਤਰ੍ਹਾਂ ਹੋਈ ਆ ਤੁਸੀਂ ਇਹੀ ਪੁੱਛਣਾ ਚਾਹੁੰਦੇ ਹੋ ਵੀ ਡਰਾ 'ਚ ਨਾਮ ਨਹੀਂ ਆਇਆ ਉਹਨਾਂ ਦਾ ਹਾਂ ਜੀ ਨਹੀਂ ਆਇਆ ਹਾਂ ਠੀਕ ਹੈ ਜੀ ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ ਕਿ ਉਹ ਕੀ ਕਰ ਸਕਦੇ ਨੇ ਇਸ ਤੋਂ ਇਲਾਵਾ ਤੁਸੀਂ ਟੀਵੀ ਸਕਰੀਨ ਤੇ ਸੁਣ ਲਿਓ ਜੀ ਥੈਂਕ ਯੂ ਸੋ ਮਚ ਨੈਕਸਟ ਕਾਲਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਮੈਂ ਬਰੈਂਪਟਨ ਤੋਂ ਬੋਲਦੀ ਹਾਂ ਜੀ ਹਾਂਜੀ ਦੱਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਸਾਨੂੰ ਕਾਲ ਆਈ ਸੀ ਵੀ ਤੁਹਾਡੀ ਲੋਟਰੀ ਲੱਗ ਚੁੱਕੀ ਆ ਤੇ ਬਾਅਦ ਵਿੱਚ ਅਸੀਂ ਡਿਟੇਲ ਵੇਖੀ ਉਹਦੇ ਵਿੱਚ ਸਾਡਾ ਨਾਂ ਹੀ ਨਹੀਂ ਹੈਗਾ ਕਾਲ ਕਿੱਥੋਂ ਆਈ ਸੀ ਜੀ ਤੁਹਾਨੂੰ ਮੈਨੂੰ ਨਹੀਂ ਪਤਾ ਮੇਰੀ ਨੂੰਹ ਆਈ ਉਹ ਆਫਿਸ ਵਿੱਚ ਆ ਤੇ ਨਹੀਂ ਤੁਹਾਡੇ ਕੰਸਲਟੈਂਟ ਨੇ ਕੀਤੀ ਆ ਜਾਂ ਤੁਹਾਨੂੰ ਲੱਗਿਆ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਈ ਹੈ ਨਹੀਂ ਉਹ ਹੁਣ ਮੈਨੂੰ ਨਹੀਂ ਪਤਾ ਕਿੱਧਰੋਂ ਆਈ ਸੀ ਵੈਸੇ ਕਾਲ ਸਾਨੂੰ ਆ ਗਈ ਸੀ ਤੇ ਤੁਹਾਡਾ ਨਾਮ ਪੈ ਗਿਆ ਵਿੱਚ ਤੇ ਬਾਅਦ ਵਿੱਚ ਅਸੀਂ ਹੁਣ ਜਦੋਂ ਦੇਖਿਆ ਤੇ ਸਾਡਾ ਨਾਮ ਵਿੱਚ ਹੈ ਹੀ ਨਹੀਂਗਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਤੁਸੀਂ ਕਾਲ ਕੀਤੀ ਆ ਪ੍ਰੋਗਰਾਮ ਦੇ ਵਿੱਚ ਨੈਕਸਟ ਕਾਲਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਜੀ ਬਰੈਂਪਟਨ ਤੋਂ ਬੋਲਦੇ ਆ ਹਾਂਜੀ ਤੇ ਐਸੇ ਪੁੱਛਣਾ ਹੈ ਵੀ ਜਿਹੜੇ ਪੇਰੈਂਟਸ ਨੇ 30,000 ਨਿਕਲਦੀਆਂ ਉਹ ਤਾਂ ਕਹਿੰਦੇ ਕੱਲ ਦੀਆਂ ਪੂਰੀਆਂ ਹੋ ਗਈਆਂ ਫਿਰ ਫਰਾਈਡੇ ਤੱਕ ਆਉਂਦੇ ਸੀ ਤੇ ਇਹਦੇ ਚ ਹੁਣ ਜਦੋਂ ਸਾਡਾ ਤਾਂ ਨਹੀਂ ਆਇਆ ਨੰਬਰ ਤੇ ਇਹਦੇ ਚ ਹੋਰ ਵੀ ਕੋਈ ਹੈਗਾ ਪੀਆਰ ਵਾਸਤੇ ਜਿੱਦਾਂ ਹੁਣ ਵੇਖੋ ਗ੍ਰੈਂਡ ਮਤਲਬ ਪੇਰੈਂਟਸ ਨੇ ਜਿਨ੍ਹਾਂ ਨੇ ਲਾਉਣੀਆਂ ਹੋਣ ਜਿੱਦਾਂ ਹੀ ਆਪਣੇ ਬੱਚਿਆਂ ਦੇ ਕੋਲ ਰਹਿਣ ਡਏ ਸਾਡੇ ਦੋਵੇਂ ਬੱਚੇ ਦੋਵੇਂ ਇੱਥੇ ਬੇਟੀ ਜੀ ਇੱਥੇ ਬੇਟਾ ਵੀ ਇੱਥੇ ਆ ਬਿਲਕੁਲ ਜੀ ਤੁਸੀਂ ਤੇ ਅਸੀਂ ਹੋਰ ਵੀ ਸੇਰ ਕੋਈ ਹੈਗਾ ਕੋਈ ਕਿਸ ਹੋਰ ਤਰੀਕੇ ਨਾਲ ਤੁਸੀਂ ਸਾਡੀ ਏਜ ਹੋ ਗਈ 65 ਸਾਲ ਦੀ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਤੁਸੀਂ ਕਾਲ ਕੀਤੀ ਹੈ ਜੀ ਸਰ ਕਾਲ ਇੱਕ ਹੋਰ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਪਹਿਲਾਂ ਵੀ ਗੱਲ ਕੀਤੀ ਸੀ 10 ਮਿੰਟ ਪਹਿਲਾਂ ਤੁਹਾਨੂੰ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਵਾਲਾ ਜਵਾਬ ਸੁਣ ਲਓ ਮੈਂ ਟਰੱਕ ਡਰਾਈਵਰ ਹੀ ਬੋਲਦਾ ਜੀ ਹਾਂਜੀ ਤੁਸੀਂ ਐਮਪੀ ਦੇ ਬਾਰੇ ਤੁਹਾਨੂੰ ਦੱਸਿਆ ਸੀ ਕਿ ਗੱਲ ਕਰਾਂਗੇ ਐਮਪੀ ਦੱਸਿਆ ਸੀਗਾ ਪਰ ਮੈਡਮ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਹੁਣ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉਹ ਅਸੀਂ ਵਰਕ ਪਰਮਿਟ ਦੇ ਬਿਨਾਂ ਅਸੀਂ ਬੱਚੇ ਸਾਡੇ ਘਰੇ ਬੈਠੇ ਸਕੂਲ 'ਚ ਪੜ੍ਹ ਨਹੀਂ ਸਕਦੇ ਸਾਡੇ ਹੈਲਥ ਕਾਰਡ ਲੰਘ ਚੁੱਕੇ ਨੇ ਅਸੀਂ ਵਰਕ ਪਰਮਿਟ ਤੋਂ ਬਿਨਾਂ ਰੀਨਿਊ ਨਹੀਂ ਕਰਾ ਸਕਦੇ ਤੇ ਜਿਹੜੀ ਗੱਲ ਰਹੇਗੀ ਐਮਪੀ ਦੀ ਫਿਰ ਤਾਂ ਇੰਡੀਆ ਹੀ ਬਣ ਗਿਆ ਜੀ ਐਮਪੀ ਦੀ ਸਿਫਾਰਿਸ਼ ਤੋਂ ਬਿਨਾਂ ਨਹੀਂ ਕੁਝ ਹੋਣਾ ਫਿਰ ਤਾਂ ਉਹੀ ਗੱਲ ਹੈ ਸਰ ਆਪਾਂ ਇਹਨਾਂ ਨੂੰ ਬਿਲਕੁਲ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਤੁਸੀਂ ਕਾਲ ਇਹ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਜਿਹੜੇ ਇਨਸਾਈਡ ਟੈਕਸ ਭਰ ਰਹੇ $1,500 ਮਹੀਨੇ ਦਾ ਟੈਕਸ ਗਵਰਨਮੈਂਟ ਨੂੰ ਨੁਕਸਾਨ ਹੋ ਰਿਹਾ ਸਾਡੇ ਘਰੇ ਪੈਣ ਦਾ ਇੰਨਾ ਅਸੀਂ ਟੈਕਸ ਭਰ ਰਹੇ ਹਾਂ ਤੇ ਇਹਦੇ ਨਾਲ ਸਾਡਾ ਵੀ ਨੁਕਸਾਨ ਹੋ ਰਿਹਾ ਗਵਰਨਮੈਂਟ ਦਾ ਬਿਲਕੁਲ ਇਮੀਗ੍ਰੇਸ਼ਨ ਇਸ ਵਕਤ ਐਪਲੀਕੇਸ਼ਨਸ ਇੰਨੀਆਂ ਜ਼ਿਆਦਾ ਨੇ ਬੈਕਲੌਗ ਇੰਨੇ ਹੋਏ ਪਏ ਨੇ ਕਿ ਇਸ ਵਕਤ ਕਾਫੀ ਕੁਝ ਸਾਡੇ ਬਾਰੇ ਸੋਚਣਾ ਚਾਹੀਦਾ ਸਾਡੀ ਫੈਮਿਲੀ ਟਰਬਲ ਦੇ ਵਿੱਚ ਆ ਸਾਰੀ ਨਾ ਸਾਡੇ ਬੱਚੇ ਪੜ੍ਹ ਸਕਦੇ ਸਕੂਲ ਚ ਗਵਰਨਮੈਂਟ ਵਰਕ ਪਰਮਿਟ ਯਾਨੀ ਪੜਾ ਕੇ ਲਵਾਂਗੇ ਤੁਹਾਨੂੰ ਡਿਟੇਲ ਚ ਤੁਹਾਨੂੰ ਵੀਰ ਜੀ ਆਪਣੇ ਮੈਂਬਰ ਪਾਰਲੀਮੈਂਟ ਇਸ ਸਿਫਾਰਿਸ਼ ਵਾਸਤੇ ਨਹੀਂ ਤੁਸੀਂ ਫੋਨ ਕਰ ਰਹੇ ਪਹਿਲੀ ਗੱਲ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਆਪਣੀ ਫਾਈਲ ਦਾ ਸਟੇਟਸ ਬਾਰੇ ਫੋਨ ਕਰ ਰਹੇ ਹੋ ਐਂਡ ਤੁਹਾਨੂੰ ਐਗਜ਼ੈਕਟ ਸਿਚੁਏਸ਼ਨ ਨਿਕਲ ਕੇ ਆ ਜਾਏਗੀ ਸੋ ਉਹ ਤੁਹਾਨੂੰ ਸਿਰਫ ਹੈਲਪ ਕਰ ਰਿਹਾ ਤੁਹਾਡਾ ਸਟੇਟਸ ਭਰਨ ਦਾ ਤੁਹਾਨੂੰ ਫਾਈਲ ਮੂਵ ਕਰਨ ਦੇ ਵਿੱਚ ਐਮਪੀ ਨਹੀਂ ਹੈਲਪ ਕਰ ਰਹੇ ਸਿਫਾਰਿਸ਼ ਨਹੀਂ ਕੋਈ ਪੈ ਰਹੀ ਜੀ ਤੁਹਾਨੂੰ ਸਿਰਫ ਸਟੇਟਸ ਦੱਸ ਸਕਦੇ ਆ ਅਸੀਂ ਐਮਪੀ ਕੋਲੇ ਗਏ ਸੀਗੇ ਪਰ ਐਮਪੀ ਕਹਿੰਦਾ ਵੀ ਮੇਰੇ ਸਹੁੰ ਨਹੀਂ ਚੱਕੀ ਵੀ ਸਹੁੰ ਚੱਕ ਲੈਣ ਤੋਂ ਬਾਅਦ ਗੱਲ ਕਰਾਂ ਹਾਂਜੀ ਬਿਲਕੁਲ ਇੱਕ ਵੀਕ ਹੋਰ ਵੇਟ ਕਰਨਾ ਪੈਣਾ ਹੈ ਇਸ ਹਫਤੇ ਮੋਸਟ ਲਾਈਕਲੀ ਸਾਰਿਆਂ ਦੀ 100 ਹੋ ਜਾਣੀ ਹੈ ਵੀਰ ਜੀ ਸਰ ਬੈਨੀਫਿਟ ਹੋਊਗੀ ਜਾਣ ਦਾ ਲੈਟਰ ਪਾਉਣ ਮੈਂਬਰ ਪਾਰਲੀਮੈਂਟ ਨੂੰ ਮਿਲ ਕੇ ਹਾਂਜੀ ਜਿੱਦਾਂ ਵੀ ਸਾਡੇ ਐਮਐਲਏ ਨੂੰ ਮਿਲ ਕੇ ਵੀ ਫਾਇਦਾ ਕਰਾ ਦਈਏ ਐਮਐਲਏ ਮੌਜੂਦ ਹੈਗੇ ਤੋਂ ਮਤਲਬ ਲੈਟਰ ਪਾ ਸਕਦੇ ਮੈਂਬਰ ਪਾਰਲੀਮੈਂਟ ਐਮਪੀ ਕੋਲ ਉਹ ਐਕਸੈਸ ਨਹੀਂ ਹੈਗਾ ਬਿਕੋਜ਼ ਆਫ ਫੈਡਰਲ ਪ੍ਰੋਗਰਾਮਸ ਹੈਗੇ ਨੇ ਐਂਡ ਤੁਹਾਡੇ ਮੈਂਬਰ ਪਾਰਲੀਮੈਂਟ ਤੁਹਾਨੂੰ ਹੈਲਪ ਕਰ ਸਕਦੇ ਨੇ ਇਹਦੇ ਵਿੱਚ ਇਹ ਹੈ ਕਿ ਉਹ ਕਮ ਸੇ ਕਮ ਸਰਕਾਰ ਨਾਲ ਇਸ ਮੈਟਰ ਦੇ ਬਾਰੇ ਗੱਲ ਕਰ ਸਕਦੇ ਆ ਕਿ ਐਵੇਂ ਦੀਆਂ ਐਪਲੀਕੇਸ਼ਨਸ ਫਸੀਆਂ ਹੋਈਆਂ ਨੇ ਸੋ ਇਹ ਹੈ ਕਿ ਉਹਨਾਂ ਨੇ ਕੋਈ ਸਿਫਾਰਿਸ਼ ਨਹੀਂ ਕਰਨੀ ਪਰ ਤੁਹਾਡੇ ਜਿਹੜੇ ਇਸ ਵਕਤ ਪ੍ਰੋਬਲਮਸ ਨੇ ਉਹਦੇ ਤੋਂ ਜਿਹੜੇ ਮਿਨਿਸਟਰਸ ਨੂੰ ਜ਼ਰੂਰ ਜਾਣਕਾਰੀ ਦੇ ਸਕਦੇ ਆ ਕਿ ਐਵੇਂ ਦੀਆਂ ਪ੍ਰੋਬਲਮਸ ਜੀ
ਐਮਐਲਏ ਨੂੰ ਕੋਈ ਫਾਇਦਾ ਨਹੀਂ ਮਿਲਦਾ, ਐਮਪੀ ਨੂੰ ਬੈਨੀਫਿਟ ਮਿਲਦਾ। ਐਮਪੀਪੀ ਨਹੀਂ, ਐਮਪੀ ਨੂੰ ਮਿਲੇਗਾ, ਐਮਪੀ ਮੈਂਬਰ ਪਾਰਲੀਮੈਂਟ। ਓਕੇ, ਉਹਨਾਂ ਨੂੰ ਮਿਲ ਲੈਣੇ। ਠੀਕ ਹੈ ਸਰ, ਥੈਂਕ ਯੂ। ਓਕੇ ਜੀ। ਸਰ ਨੈਕਸਟ ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਆਪਦੇ ਆਹੀ ਹੈ ਸਰ, ਦੋ ਆਪਾਂ ਨੂੰ ਆਲਮੋਸਟ ਸੇਮ ਆਏ ਹੋਏ ਨੇ ਕਿ ਪੇਰੈਂਟਸ ਦੀ ਐਪਲੀਕੇਸ਼ਨਸ ਦੇ ਵਿੱਚ ਨਾਮ ਨਹੀਂ ਆਏ ਹੈਗੇ ਤਾਂ ਕੀ ਕੀਤਾ ਜਾਵੇ, ਕੋਈ ਹੋਰ ਆਪਸ਼ਨ ਹੋ ਸਕਦਾ? ਇੱਕ ਦੀ ਬਹੂ ਨੇ ਆਪਣੀ ਮਦਰ ਦਾ ਅਪਲਾਈ ਕੀਤਾ ਸੀ, ਇੱਕ ਨੇ ਪੇਰੈਂਟਸ ਦਾ ਨਹੀਂ ਆਇਆ। ਓਕੇ, ਬਿਲਕੁਲ ਮੈਂ ਇਹੀ ਕਹਿ ਕੇ ਹਟਿਆ ਜੀ, ਅਸੀਂ ਪਹਿਲੇ ਵੀ ਇਸ ਚੀਜ਼ ਦੇ ਉੱਤੇ ਗੱਲ ਕੀਤੀ ਕਿ ਬਹੁਤ ਸਾਰੇ ਜੇ ਮੇਰੇ ਕੋਲ ਇੰਨੇ ਲੋਕੀ ਆ ਕੇ ਕੁਐਰੀ ਪੁੱਛ ਰਹੇ ਕਿ ਸਾਡੀ ਇਨਕਮ ਨਹੀਂ ਪੂਰੀ ਹੋ ਰਹੀ, ਤੇ ਬਾਕੀ ਅਕ੍ਰੋਸ ਕੈਨੇਡਾ ਕਿੰਨੇ ਕੁ ਰਿਪਰੈਜ਼ੈਂਟੇਟਿਵਸ, ਕਿੰਨੇ ਕੁ RCIC ਮੈਂਬਰਸ ਹੈਗੇ ਨੇ, ਕਿੰਨੇ ਲਾਇਰਸ ਹੈਗੇ ਨੇ ਜਿਹੜਿਆਂ ਨੂੰ ਇਹੋ ਜਿਹੀਆਂ ਕਾਲਾਂ ਆਉਂਦੀਆਂ ਹੋਣਗੀਆਂ। ਸੋ 30,000 ਦੇ ਵਿੱਚ ਆਈ ਡੋਂਟ ਈਵਨ ਨੋ ਕਿ ਕਿੰਨਾ ਕੁ ਵੱਡਾ ਨੰਬਰ ਹੋਏਗਾ ਜੇ ਉਹਨਾਂ ਐਪਲੀਕੈਂਟਸ ਦਾ ਜਿਹੜੇ ਰਿਕੁਆਇਰਮੈਂਟ ਹੀ ਨਹੀਂ ਮੀਟ ਕਰਦੇ। ਇਸੇ ਕਰਕੇ ਤੁਹਾਡੇ ਵਰਗੇ ਜਿਹੜੇ ਰਿਕੁਆਇਰਮੈਂਟਸ ਮੀਟ ਕਰਦੇ ਉਹਨਾਂ ਦੀ ਐਪਲੀਕੇਸ਼ਨ ਨਹੀਂ ਚੱਕੀ ਜਾਂਦੀਆਂ। ਸੋ ਅੱਜ ਦੀ ਤਰੀਕ ਦੇ ਵਿੱਚ ਕਹਿੰਦੇ ਜਿਸ ਤਰ੍ਹਾਂ ਦੇ ਹਾਲਾਤ ਹਨ ਉਸ ਤਰ੍ਹਾਂ 'ਚ ਰਹਿਣਾ ਪੈਂਦਾ ਹੈਗਾ। ਸੋ ਅੱਜ ਦੀ ਤਰੀਕ ਦੇ ਵਿੱਚ ਜੋ ਹਾਲਾਤ ਹੈਗੇ ਨੇ, ਹਾਲੇ ਟੈਂਪਰੇਰੀਲੀ ਕੁਝ ਨਹੀਂ ਹੋਣਾ ਜੀ। ਸੈਕਿੰਡ ਡਰਾ ਦੀ ਪੋਸੀਬਿਲਿਟੀ ਹੈਗੀ ਹੈ ਬਟ ਉਹਨੂੰ ਟਾਈਮ ਲੱਗੇਗਾ। ਬਟ ਤਾਂ ਤੱਕ ਤੁਸੀਂ ਆਪਣੇ ਪੇਰੈਂਟਸ ਨੂੰ, ਜਿਹੜੇ ਡਾਟਰ ਇਨ ਲਾ ਹੈਗੇ ਨੇ, ਉਹ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਨੇ ਸੁਪਰ ਵੀਜ਼ਾ ਦੇ ਉੱਤੇ। ਸੁਪਰ ਵੀਜ਼ਾ ਤੇ ਆ ਕੇ ਤੁਹਾਡੇ ਉਹਨਾਂ ਦੇ ਪੇਰੈਂਟਸ ਉਹਨਾਂ ਨਾਲ 2 ਸਾਲ ਰਹਿ ਵੀ ਸਕਦੇ ਨੇ। ਇੰਸ਼ੋਰੈਂਸ ਜ਼ਰੂਰ ਬਾਈ ਕਰਨੀ ਪਏਗੀ ਬਟ ਉਹ ਪੇਰੈਂਟਸ ਕੈਨ ਬੀ ਪਾਰਟ ਆਫ ਦਾ ਐਪਲੀਕੇਸ਼ਨਸ ਐਂਡ ਜੇ ਬੱਚੇ ਆ ਕੇ ਬੱਚਿਆਂ ਦੇ ਨਾਲ, ਗ੍ਰੈਂਡ ਚਿਲਡਰਨ ਦੇ ਨਾਲ ਆ ਕੇ ਆਪਣਾ ਟਾਈਮ ਸਪੈਂਡ ਕਰ ਸਕਦੇ ਨੇ। ਸੋ ਉਹਦਾ ਤੇ ਫਾਇਦਾ ਤੁਸੀਂ ਲੈ ਸਕਦੇ ਹੋ, ਤੁਸੀਂ ਜਾਂ ਵਿਜ਼ਟਰ ਵੀਜ਼ਾ ਦਾ ਜਾਂ ਸੁਪਰ ਵੀਜ਼ਾ ਦਾ। ਜੇ ਇਨਕਮ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤਾਂ ਹੀ ਤੁਸੀਂ ਪੇਰੈਂਟ ਐਪਲੀਕੇਸ਼ਨ ਲਗਾਈਆਂ। ਸੋ ਸੁਪਰ ਵੀਜ਼ਾ ਇਸ ਦੇ ਚਾਂਸਸ ਲੱਗਣ ਦੇ ਵੀ ਜ਼ਿਆਦਾ ਹੁੰਦੇ ਨੇ ਐਂਡ ਟਾਈਮ ਵੀ ਜ਼ਿਆਦਾ ਰਹਿ ਸਕਦੇ ਨੇ। ਸੋ ਉਹਦਾ ਫਾਇਦਾ ਚੱਕੋ ਜੀ। ਸੋ ਨਾਲੇ ਇਹ ਜ਼ਰੂਰ ਹੈ ਕਿ ਜੇਕਰ ਤੁਸੀਂ ਐਪਲੀਕੇਸ਼ਨ ਫਾਈਲ ਖੁਦ ਕਰ ਰਹੇ ਹੋ, ਜਦ ਤੱਕ ਤੁਹਾਨੂੰ ਪੂਰੀ ਨੌਲੇਜ ਹੈ ਤਾਂ ਹੀ ਕਰੋ, ਨਹੀਂ ਨੌਲੇਜ ਹੈਗੀ ਤਾਂ ਕਿਸੇ ਕੰਸਲਟੈਂਟ ਦੀ ਸਲਾਹ ਜ਼ਰੂਰ ਲਵੋ, ਕਿਉਂਕਿ TR to PR ਐਪਲੀਕੇਸ਼ਨਸ 'ਚ ਹੁਣ ਇਹ ਸਭ ਕੁਝ ਦੇਖਣ ਨੂੰ ਮਿਲ ਰਿਹਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਤਰਨ। ਤਕਰੀਬਨ ਜੇ ਅਸੀਂ ਗੱਲ ਕਰੀਏ, ਬਹੁਤ ਸਾਰੀਆਂ ਐਪਲੀਕੇਸ਼ਨ ਛੋਟੀ ਗਲਤੀਆਂ ਦੇ ਨਾਲ ਰਹਿ ਜਾਂਦੀਆਂ ਹੈਗੀਆਂ, ਵਾਪਸ ਆ ਜਾਂਦੀਆਂ ਹੈਗੀਆਂ। ਪੇਰੈਂਟਸ ਦੇ ਤੁਸੀਂ ਸੱਚੀ ਲੱਕੀ ਹੈਗੇ ਹੋ ਜਿਨ੍ਹਾਂ ਦੀ ਐਪਲੀਕੇਸ਼ਨਸ ਪਿਕ ਹੋਈਆਂ। 30,000 ਦੇ ਵਿੱਚ ਤੁਹਾਡੀ ਐਪਲੀਕੇਸ਼ਨਸ ਆਈਆਂ ਹੈਗੀਆਂ। ਆਪਣੇ ਐਪਲੀਕੇਸ਼ਨ ਜਿਹੜੀ ਹੈਗੀ ਹੈ ਫੁੱਲ ਪ੍ਰੂਫ ਤਰੀਕੇ ਨਾਲ ਤੁਹਾਡੀ ਜਾਣੀ ਚਾਹੀਦੀ ਹੈਗੀ ਹੈ, ਕੋਈ ਵੀ ਕਮੀ ਨਾ ਹੋਵੇ, ਉਹਦੇ ਵਿੱਚ ਕੋਈ ਵੀ ਮਿਸਟੇਕ ਨਾ ਹੋਵੇ, ਸਾਰੇ ਡਾਕੂਮੈਂਟਸ ਅਪਡੇਟਡ ਹੋਣ ਐਂਡ ਕੋਈ ਵੀ ਇੱਕ ਛੋਟੀ ਜੀ ਕਮੀ ਵੀ ਨਾ 6-8 ਮਹੀਨੇ ਸਾਲ ਪਿੱਛੇ ਪਾ ਦਿੰਦੀ ਹੈ ਫਾਈਲ। ਸੋ ਪਹਿਲੇ ਹੀ ਤੁਸੀਂ ਟੈਕਸ ਦੇ ਕੇ ਤੁਸੀਂ ਦੁਖੀ ਹੈਗੇ ਹੋ ਐਂਡ ਤੁਸੀਂ ਜੇ ਚਾਹੁੰਦੇ ਹੈਗੇ ਹੋ ਕਿ ਫੁੱਲ ਪ੍ਰੂਫ ਤਰੀਕੇ ਨਾਲ ਹੋਵੇ ਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ। ਐਂਡ ਤਰਨ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ TR to PR ਦੇ ਵਿੱਚ ਐਬਸੋਲੂਟਲੀ ਆ ਨਵੀਂ ਅਪਡੇਟ ਹੈਗੀਆਂ ਜੀ ਐਂਡ देयर आर ਅਪਡੇਟਸ ਕਿ TR to PR ਦੇ ਵਿੱਚ ਜਿਨ੍ਹਾਂ ਨੇ ਐਪਲੀਕੇਸ਼ਨਸ ਲਗਾਈਆਂ ਸੀਗੀਆਂ ਉਹਨਾਂ ਤੇ ਰਿਫਿਊਜ਼ਲ ਵਧਿਆ ਹੋਇਆ ਇਸ ਟਾਈਮ ਤੇ। ਐਂਡ ਉਹਦਾ ਰੀਜ਼ਨ ਇਹ ਵੀ ਦੱਸਿਆ ਜਾ ਰਿਹਾ ਕਿ ਤੁਸੀਂ ਜਿਹੜੇ ਐਪਲੀਕੈਂਟਸ ਨੇ ਨਿਊਜ਼ਪੇਪਰ ਨੂੰ ਇੰਟਰਵਿਊਜ਼ ਦਿੱਤੀਆਂ ਉਹਨਾਂ ਨੇ ਕਿਹਾ ਕਿ ਅਸੀਂ ਐਪਲੀਕੇਸ਼ਨ ਇੰਗਲਿਸ਼ ਸਟਰੀਮ ਦੇ ਵਿੱਚ ਲਗਾਈਆਂ ਸੀਗੀਆਂ ਬਟ ਸਾਡੀ ਐਪਲੀਕੇਸ਼ਨ ਫ੍ਰੈਂਚ ਸਟਰੀਮ ਦੇ ਵਿੱਚ ਚਲਾ ਗਈਆਂ। ਇਹ ਬੇਸਿਕਲੀ ਗਲਤੀਆਂ ਨਾਰਮਲੀ ਹੁੰਦੀਆਂ ਨਹੀਂ ਹੈਗੀਆਂ, ਇਹ ਤੁਹਾਡੀ ਕਾਲੀ ਦੇ ਵਿੱਚ ਕਈ ਵਾਰੀ ਤੁਸੀਂ ਆਪ ਇਹੋ ਜਿਹੀ ਗਲਤੀ ਕਰ ਜਾਂਦੇ ਹੋ। ਐਂਡ TR to PR ਦੇ ਵਿੱਚ 30,000 ਐਪਲੀਕੇਸ਼ਨਸ ਲੱਗੀਆਂ ਜਾਂ ਬਾਕੀ ਸਟਰੀਮ ਦੇ 20,000 ਐਪਲੀਕੇਸ਼ਨਸ ਲੱਗੀਆਂ ਜਾਂ ਤੁਸੀਂ ਐਕਸਪ੍ਰੈਸ ਐਂਟਰੀ ਕਈ ਵਾਰੀ ਇੰਨੀਆਂ ਛੋਟੀਆਂ ਗਲਤੀਆਂ ਹੁੰਦੀਆਂ ਬਟ ਉਹਦੇ ਤੇ ਮਿਸ ਰਿਪਰੈਜ਼ੈਂਟੇਸ਼ਨ ਲੱਗ ਜਾਂਦੀ ਹੈ ਬਿਕੋਜ਼ ਤੁਸੀਂ ਇਹੋ ਜਿਹਾ ਗਲਤ ਬਿਆਨੀ ਕਰ ਦਿੰਦੇ ਹੋ ਜਿਹੜੀਆਂ ਪਹਿਲੀ ਐਪਲੀਕੇਸ਼ਨ ਸਿਟੀਜ਼ਨਸ਼ਿਪ ਕੋ ਗਈਆਂ ਹੋਈਆਂ ਉਹਨਾਂ ਤੋਂ ਟੋਟਲੀ ਕੰਟਰਾਡਿਕਟ ਕਰ ਦਿੰਦੇ ਹੋ ਆਪਣੇ ਆਪ ਨੂੰ। ਸੋ ਇਹੋ ਜਿਹੀ ਚੀਜ਼ ਵੀ ਤੁਹਾਨੂੰ ਖਰਾਬ ਕਰ ਸਕਦੀ ਹੈ। ਸੋ ਐਸੇ ਵਾਸਤੇ ਕਹਿੰਦੇ ਆ ਕਿ ਨੀਮ ਹਕੀਮ ਖਤਰਾਏ ਜਾਨ। ਜਿਹੜੀ ਚੀਜ਼ ਚੰਗੀ ਤਰ੍ਹਾਂ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ, ਜੇ ਨਹੀਂ ਕਰ ਸਕਦੇ ਤੇ ਇਟ ਇਜ਼ ਬੈਟਰ ਟੂ ਪੇ ਸਮਬਡੀ ਫॉर द ਸਰਵਿਸਿਜ਼ ਐਂਡ ਹੈਵ ਇਟ ਪ੍ਰੋਫੈਸ਼ਨਲੀ ਡਨ। ਬਿਲਕੁਲ ਸਰ, ਤੇ ਜਿਵੇਂ ਅਸੀਂ TR to PR ਦੀ ਐਪਲੀਕੇਸ਼ਨਸ ਦੀ ਵੀ ਗੱਲ ਕੀਤੀ ਆ, ਤੁਸੀਂ ਕਿਹਾ ਪੇਰੈਂਟਸ ਡਰਾ ਦੇ ਵੀ ਚਾਂਸਸ ਹੈਗੇ ਆ, ਬਹੁਤ ਸਾਰਾ ਰਿਫਿਊਜ਼ਲ ਰੇਟ ਆ ਰਿਹਾ ਪਰ ਇਸ ਤਰੀਕੇ ਦੇ ਨਾਲ ਜਿਹੜਾ 4 ਲੱਖ ਦਾ ਟੀਚਾ ਇਮੀਗ੍ਰੇਸ਼ਨ ਵਿਭਾਗ ਨੇ ਸੋਚਿਆ ਸੀ ਕਿ 2021 ਦੇ ਵਿੱਚ ਪੂਰਾ ਕੀਤਾ ਜਾਏਗਾ, ਲੱਗ ਰਿਹਾ ਪੋਸੀਬਿਲਿਟੀ ਪੂਰਾ ਹੋਣ ਦੀ? ਕਿੰਨੇ ਕਿਸ ਵਕਤ ਹੋ ਕਰਨ ਜੇ ਮੈਂ ਪ੍ਰੈਕਟੀਕਲੀ ਗੱਲ ਕਰਾਂ ਤੇ 4 ਲੱਖ ਦੇ ਅਸੀਂ 3.5 ਲੱਖ ਦੇ ਆਸ-ਪਾਸ ਜ਼ਰੂਰ ਪਹੁੰਚਣਾ ਚਾਹੀਦੇ ਹੈਗੇ, 3.25 ਤੋਂ 3.5 ਦੇ ਵਿੱਚ। ਸੋ ਦੈਟ ਇਜ਼ ਐਨ ਆਈਡੀਅਲਿਸਟਿਕ ਨੰਬਰ ਐਂਡ ਇੰਨੀ ਸਾਰੀ ਚੀਜ਼ਾਂ ਹੁੰਦਿਆਂ ਹੋਇਆਂ ਬਟ ਜੇ ਗਵਰਨਮੈਂਟ ਚਾਹਵੇ ਤੇ ਯੈਸ 4 ਲੱਖ ਵੀ ਪੋਸੀਬਲ ਹੈਗਾ। ਆ ਬੇਸਿਕਲੀ 1 ਮਹੀਨਾ 1.5 ਮਹੀਨਾ ਇਲੈਕਸ਼ਨਸ ਨੇ ਵੀ ਡਿਲੇ ਕਰ ਦਿੱਤਾ ਬਿਕੋਜ਼ ਕੋਈ ਵੀ ਉਸ ਤਰ੍ਹਾਂ ਡਿਸੀਜਨਸ ਨਹੀਂ ਲੈ ਪਾਏ ਗਵਰਨਮੈਂਟ ਜਿਸ ਤਰ੍ਹਾਂ ਲੈ ਸਕਦੀ ਸੀ ਜਾਂ IRCC ਨਹੀਂ ਲੈ ਸਕੀ। ਸੋ ਯੈਸ ਗਵਰਨਮੈਂਟ ਦੇ ਆਉਣ ਤੋਂ ਬਾਅਦ ਹੁਣ ਚੀਜ਼ਾਂ ਫਿਰ ਐਕਸਪੀਰੀਏਟ ਹੋਣਗੀਆਂ 100 ਚੱਕਣ ਤੋਂ ਬਾਅਦ ਜੀ। ਐਂਡ ਤਾਂ ਤੱਕ ਵੀ ਆਰ ਹੋਪਫੁਲ ਕਿ ਉਹ ਜਿਹੜਾ 1.5 ਮਹੀਨਾ ਨਿਕਲ ਜਾਏਗਾ ਉਹ ਪੂਰਾ ਹੋਣਾ ਮੁਸ਼ਕਿਲ ਹੈਗਾ ਜੀ। ਬਿਲਕੁਲ ਜੀ। ਤੇ ਸਰ ਕੋਈ ਤੁਹਾਡੇ ਕੋਲ ਜੌਬ ਅਪਰਚੁਨਿਟੀਜ਼ ਵਗੈਰਾ ਹੈਗੇ ਨੇ ਜਿਹੜੇ ਇਸ ਵਕਤ ਸਟੂਡੈਂਟਸ ਇੱਥੇ ਹੈਗੇ ਨੇ ਜਾਂ ਵਰਕ ਪਰਮਿਟ ਹੋਲਡਰਸ? ਤਰਨ ਬਿਲਕੁਲ ਜੀ, ਸਾਡੇ ਕੋਲ ਇਸ ਟਾਈਮ ਤੇ ਕਾਫੀ ਸਾਰੀਆਂ ਓਪੋਜੀਸ਼ਨਸ ਹੈਗੀਆਂ, ਈਵਨ ਕੰਸਟਰਕਸ਼ਨ ਦੀਆਂ ਜੌਬ ਸਾਡੇ ਕੋਲ ਇਸ ਟਾਈਮ ਤੇ ਹੈਗੀਆਂ। ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਹੋ, ਸਿਟੀਜ਼ਨ ਹੈਗੇ ਹੋ ਜਾਂ ਸਟੂਡੈਂਟ ਹੈਗੇ ਹੋ ਐਂਡ ਤੁਸੀਂ ਜੌਬ ਵਾਸਤੇ ਇੰਟਰਸਟਿਡ ਹੈਗੇ ਹੋ, ਇਹ ਕੰਸਟਰਕਸ਼ਨ ਦੀਆਂ ਜੌਬਸ ਹੈਗੀਆਂ ਵਿਚ ਆਰ ਵੈਰੀ ਨਾਈਸ ਗੁੱਡ ਪੇਇੰਗ ਜੌਬਸ
ਤੁਹਾਨੂੰ ਉਹ ਸਟ੍ਰੇਟ ਅਵੇ ਜੌਬਸ ਤੇ ਤੁਸੀਂ ਜਾ ਸਕਦੇ ਹੋ। ਉਹਦੀ ਟ੍ਰੇਨਿੰਗ ਵੀ ਤੁਹਾਨੂੰ ਦਿੱਤੀ ਜਾਏਗੀ, ਤੁਰੇ ਈਵਨ ਟ੍ਰੇਨਿੰਗ ਦੇ ਡਿਊਰਿੰਗ ਜਿਹੜੇ ਤੁਸੀਂ ਟ੍ਰੇਨਿੰਗ ਦੇ ਆਵਰਸ ਸਪੈਂਡ ਕਰੋਗੇ ਆਉਣ ਜਾਣ ਦੇ, ਉਹਦੇ ਵੀ ਪੈਸੇ ਤੁਹਾਨੂੰ ਗ੍ਰਾਂਟ ਕੀਤੇ ਜਾਣਗੇ। ਸੋ ਜੇ ਤੁਸੀਂ ਇਹਨਾਂ ਜੌਬਸ ਦੇ ਉੱਤੇ ਜਾਣਾ ਚਾਹੁੰਦੇ ਹੋ ਤਾਂ ICC ਨਾਲ ਕੰਟੈਕਟ ਕਰ ਸਕਦੇ ਹੋ ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ ਤੁਹਾਡੀ ਇੰਟਰਵਿਊਜ਼ ਵਗੈਰਾ ਅਰੇਂਜ ਕਰਾਉਣ ਦੇ ਵਿੱਚ। ਐਂਡ ਦਿਸ ਇਜ਼ ਅ ਵੈਰੀ ਗੁੱਡ ਆਕੂਪੇਸ਼ਨ। ਜਿਹੜੇ ਕੰਸਟਰਕਸ਼ਨ ਦੀਆਂ ਜੌਬਸ ਹੈਗੀਆਂ, ਜਿਹੜੀਆਂ ਕੰਕਰੀਟ ਫਿਨਿਸ਼ਰਸ ਦੀਆਂ ਜੌਬ ਹੈਗੀਆਂ, ਇਹਨਾਂ ਦੇ ਵਿੱਚ ਜਾ ਕੇ ਤੁਸੀਂ ਆਪਣੀ PR ਵਾਸਤੇ ਵੀ, ਬਿਕੋਜ਼ PNP ਵਾਸਤੇ ਵੀ ਜਾਂ ਈਵਨ Tier 2 PR ਦੇ ਵਿੱਚ ਵੀ ਇਹ ਨੌਕਸ ਅਵੇਲੇਬਲ ਸੀਗੇ ਤਰਨ ਜੀ। ਐਂਡ ਜੇ ਤੁਸੀਂ PR ਸਿਟੀਜ਼ਨ ਹੈਗੇ ਹੋ, ਕੈਨੇਡਾ ਲੈਂਡ ਕੀਤੇ ਹੋ ਐਂਡ ਤੁਸੀਂ ਜੌਬ ਲੱਭ ਰਹੇ ਹੋ ਤਾਂ ਤੁਹਾਡੇ ਵਾਸਤੇ ਵੀ ਪੂਰੀ ਅੱਛੀ ਓਪਰਚੁਨਿਟੀ ਹੈਗੀ ਹੈ, ਬਿਕੋਜ਼ ਤੁਹਾਨੂੰ ਟ੍ਰੇਨਿੰਗ ਪੂਰੀਆਂ ਦਿੱਤੀਆਂ ਜਾਣਗੀਆਂ, ਉੱਥੇ ਹੀ ਅਬਜ਼ੌਰਬ ਕੀਤਾ ਜਾਏਗਾ ਜੌਬਸ ਦੇ ਵਿੱਚ। ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਇਹਦੇ ਨਾਲ ਸਾਡੇ ਕੋਲ ਹੌਸਪਿਟੈਲਿਟੀ ਦੀਆਂ ਜੌਬਸ ਵੀ ਹੈਗੀਆਂ। ਜੇ ਤੁਸੀਂ ਤੁਹਾਡੇ ਕੋਲ ਹੌਸਪਿਟੈਲਿਟੀ ਦਾ ਐਕਸਪੀਰੀਅੰਸ ਹੈਗਾ, ਕੁੱਕ ਦਾ, ਸ਼ੈਫ ਦਾ, ਬੇਕਰ ਦਾ, ਅਸਿਸਟੈਂਟ ਕੁੱਕ, ਲਾਈਨ ਕੁੱਕ, ਪ੍ਰੈਪ ਕੁੱਕ, ਰੈਸਟੋਰੈਂਟ ਸੁਪਰਵਾਈਜ਼ਰ, ਰੈਸਟੋਰੈਂਟ ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਇੰਡੀਆ ਦਾ ਐਕਸਪੀਰੀਅੰਸ ਹੈਗਾ, ਮਿਡਲ ਈਸਟ ਦਾ ਐਕਸਪੀਰੀਅੰਸ ਹੈਗਾ, ਆਸਟ੍ਰੇਲੀਆ ਨਿਊਜ਼ੀਲੈਂਡ ਦਾ ਐਕਸਪੀਰੀਅੰਸ ਹੈਗਾ, ਘੱਟੋ ਘੱਟ 5-5.5 ਬੈਂਡ ਲੈ ਸਕਦੇ ਹੋ ਤੇ ਆਪਣਾ CV ਸਾਡੇ ਨਾਲ ਫਾਰਵਰਡ ਕਰ ਦਿਓ। ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ ਇਨ ਅਸੈਸਿੰਗ ਯੋਰ ਐਪਲੀਕੇਸ਼ਨਸ ਐਜ਼ ਵੈਲ। ਸੋ ਇਨਫੋਰਮੇਸ਼ਨ ਲੈਣ ਵਾਸਤੇ ਈਮੇਲ ID ਹੈਗਾ ਜੀ info@iccimmigration.ca ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-461-2424 ਜਾਂ WhatsApp ਨੰਬਰ ਹੈਗਾ ਜੀ 647-850-9000 647-850-9000। ਲਾਸਟ ਕਾਲ ਲੈ ਰਹੇ ਹਾਂ ਅਸੀਂ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ। ਸਾਡਾ ਕੁਐਸਚਨ ਇਹ ਹੈ, ਜਿਹੜੇ 30,000 ਐਪਲੀਕੇਸ਼ਨ ਹੁਣ ਤੱਕ ਹੋਈਆਂ ਜੀ, ਤੇ ਇਹਨਾਂ ਦੇ ਵਿੱਚ ਕੋਈ ਡਾਕੂਮੈਂਟ ਲੱਗਣਾ ਰਹਿ ਜਾਂਦਾ ਸੀ, ਅਸੀਂ ਫਿਰ ਵੀ ਦੇ ਸਕਦੇ ਜਾਂ ਨਹੀਂ ਜੀ? ਨਹੀਂ, ਐਪਲੀਕੇਸ਼ਨ ਤਾਂ ਹੁਣ 60 ਦਿਨ ਦਾ ਟਾਈਮ ਹੈਗਾ ਜੀ ਐਪਲੀਕੇਸ਼ਨ ਪੁੱਟ ਅਪ ਕਰਨ ਵਾਸਤੇ। ਨਹੀਂ ਉਹ ਠੀਕ ਹੈ ਜੀ, ਮੈਂ ਪੁੱਛਦਾ ਸੀ ਨਾ ਵੀ ਉਹ ਕਈ ਵਾਰ ਅਸੀਂ ਹੁਣ ਇੱਥੇ ਮਤਲਬ ਕੋਈ ਡਾਕੂਮੈਂਟ ਸ਼ਾਇਦ ਮਤਲਬ ਕੋਈ ਨਹੀਂ ਰਹੇ, ਪਤਾ ਨਹੀਂ ਲੱਗਦਾ ਕੋਈ ਵੀ ਗੱਲ ਤਾਂ ਅਸੀਂ ਦੇ ਸਕਦੇ ਹਾਂ। ਇਹ ਆਫਿਸਰ ਦੇ ਉੱਤੇ ਡਿਪੈਂਡ ਕਰਦਾ ਜੀ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ਕਿਸੇ ਕੰਸਲਟੈਂਟ ਵਗੈਰਾ ਦੀ, ਲਾਇਰ ਦੀ ਸਲਾਹ ਜ਼ਰੂਰ ਲਓ ਐਂਡ ਉਹਨਾਂ ਨੂੰ ਫਾਈਲ ਕਰਨ ਦਿਓ ਜੀ। ਜੀ ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਇੱਕ ਰਾਜ ਰਾਣੀ ਜੀ ਕਮੈਂਟ ਕਰ ਰਹੇ ਨੇ, ਆਊਟਸਾਈਡ ਕੰਟਰੀ ਜਿਨ੍ਹਾਂ ਦੀ ਓਪਨ ਵਰਕ ਪਰਮਿਟ ਫਾਈਲ ਵਿਦ PR ਲੱਗੀ ਹੋਈ ਹੈ, April 2021 'ਚ ਪਲੀਜ਼ ਦੱਸ ਦਿਓ ਕਿ ਕਦੋਂ ਤੱਕ ਉਹਨਾਂ ਨੂੰ ਆ ਸਕਦਾ ਹੈ। ਕਿਸ ਸਟਰੀਮ ਦੇ ਵਿੱਚ ਲੱਗੀ ਹੈ? ਓਪਨ ਵਰਕ ਪਰਮਿਟ ਫਾਈਲ ਵਿਦ PR। ਮੈਨੂੰ ਵੀ ਨਹੀਂ ਸਮਝ ਆਇਆ। ਓਕੇ, ਓਪਨ ਵਰਕ ਪਰਮਿਟ ਦੇ ਵਿੱਚ ਕਾਫੀ ਸਾਰੀ ਚੇਂਜਸ ਆਈਆਂ ਸੀਗੀਆਂ ਜੀ, ਜਿਹਨੂੰ ਡਿਪੈਂਡੈਂਟ ਵਰਕ ਪਰਮਿਟ ਕਹਿੰਦੇ ਹੈਗੇ ਆ। ਐਂਡ ਉਹ ਚੇਂਜਸ ਅੱਜ ਦੀ ਤਰੀਕ ਦੇ ਵਿੱਚ ਬੈਕਲੌਗ ਕਲੀਅਰ ਹੋਣਾ ਸ਼ੁਰੂ ਹੋ ਗਿਆ ਹੈਗਾ ਜੀ। ਜਿਹੜੀਆਂ ਲਾਸਟ ਈਅਰ ਦੀਆਂ ਫਾਈਲਸ ਹੈਗੀਆਂ ਜਾਂ ਇਸ ਸਾਲ ਦੀਆਂ ਫਾਈਲ ਹੈਗੀਆਂ, ਉਹ ਪਿਕ ਹੋਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਜੀ। ਸੋ ਹੋਪਫੁਲੀ ਸੂਨ ਤੁਹਾਨੂੰ ਕੋਈ ਇਨਫੋਰਮੇਸ਼ਨ ਆਣੀ ਚਾਹੀਦੀ ਹੈ ਜੀ। ਬਿਲਕੁਲ। ਤੇ ਸਰ ਇੱਕ ਸਵਾਲ ਹੈ ਕਿ ਉਹ ਪੁੱਛਣਾ ਚਾਹੁੰਦੇ ਨੇ ਕਿ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਰਿਫਿਊਜ਼ ਤਾਂ ਨਹੀਂ ਹੋ ਜਾਏਗਾ? ਕਹਿੰਦੇ ਆ ਜੀ ਜੇ ਖੂਹ 'ਚ ਇੱਟ ਨਹੀਂ ਮਾਰੋਗੇ ਤਾਂ ਛਿੱਟੇ ਵੀ ਨਹੀਂ ਆਣਗੇ। ਸੋ ਜੇ ਅਪਲਾਈ ਕਰੋਗੇ ਤਾਂ ਹੀ ਵੀਜ਼ਾ ਲੱਗਣ ਦੇ ਚਾਂਸਸ ਹੈਗੇ ਨੇ। ਐਂਡ ਜੇ ਓਕੇ, ਆਫਿਸਰ ਦੇਖਣਾ ਕੀ ਚਾਹੁੰਦਾ ਹੈ ਕਦੀ ਵੀ ਇਹੋ ਜਿਹੀ ਫਾਈਲ ਦੇ ਉੱਤੇ, ਉਹ ਦੇਖਣਾ ਚਾਹੁੰਦਾ ਹੈ ਕਿ ਤੁਹਾਡੇ ਤੁਸੀਂ ਕਿੰਨੇ ਐਸਟੈਬਲਿਸ਼ਡ ਹੈਗੇ ਆਪਣੇ ਮੁਲਕ ਦੇ ਵਿੱਚ, ਤੁਸੀਂ ਕੀ ਰੀਜ਼ਨ ਹੈਗਾ, ਤੁਸੀਂ ਕਿਉਂ ਕਰਨ ਜਾ ਰਹੇ ਹੋ ਕੈਨੇਡਾ, ਤੁਹਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਨੇ ਜਾਂ ਨਹੀਂ ਹੈਗੇ। ਐਂਡ ਜੇ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁੱਟ ਅਪ ਕਰਦੇ ਹੋ ਆਪਣੇ ਡਾਕੂਮੈਂਟਰੀ ਐਵੀਡੈਂਸਿਸ ਦੇ ਨਾਲ, ਸਬਮਿਸ਼ਨਸ ਦੇ ਵਿੱਚ ਸਾਰੀ ਚੀਜ਼ਾਂ ਲਿਖਦੇ ਹੋ ਕਿ ਕੀ ਕਾਰਨ ਹੈਗਾ ਜਾਣ ਦਾ, ਤੇ ਆਫਿਸਰ ਨਾਰਮਲੀ ਰਿਫਿਊਜ਼ ਨਹੀਂ ਕਰਦਾ। ਐਂਡ ਬੜੀ ਵੱਡੀ ਤਾਦਾਦ ਦੇ ਵਿੱਚ ਐਜ਼ ਅ ਮੈਟਰ ਆਫ ਫੈਕਟ ਵੀਜ਼ੇ ਗ੍ਰਾਂਟ ਕੀਤੇ ਜਾਂਦੇ ਨੇ ਈਵਨ ਫਰੋਮ ਇੰਡੀਆ ਜੀ। Tier 2 PR ਸਕੀਮ ਦੇ ਵਿੱਚ ਐਸੈਂਸ਼ੀਅਲ ਵਰਕਰਸ ਦੀ ਕੈਟਾਗਰੀ ਚੱਲ ਰਹੀ ਹੈ ਜਾਂ ਕੈਪ? ਹਾਲੇ ਵੀ ਚੱਲ ਰਹੀ ਹੈ ਜੀ। ਤੇ ਕੋਈ ਸਾਈਪ੍ਰਸ ਤੋਂ ਮੂਵ ਹੋਣਾ ਚਾਹੁੰਦਾ ਕੈਨੇਡਾ, ਕਿ ਵਿਦਆਊਟ ਆਇਲਸ ਮੂਵ ਹੋ ਸਕਦੇ ਨੇ? ਹਾਂਜੀ, ਸਾਈਪਰਸ ਤੋਂ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਜੇ ਪਰਮਾਨੈਂਟ ਰੈਜ਼ੀਡੈਂਸੀ ਦੀ ਗੱਲ ਕਰੀਏ, ਵਰਕ ਪਰਮਿਟ ਦੇ ਵਿੱਚ ਤੁਸੀਂ ਬਿਨਾਂ ਆਈਲੈਟਸ ਦੇ ਵੀ ਆ ਸਕਦੇ ਹੋ, ਬਟ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਤੁਹਾਨੂੰ ਆਈਲੈਟਸ ਕਰਨੀ ਪਏਗੀ। ਬਿਲਕੁਲ ਜੀ। ਕੇਅਰ ਗਿਵਰਸ ਬਾਰੇ ਕਾਫੀ ਸਵਾਲ ਆ ਰਹੇ ਨੇ, ਉਹ ਆਲਰੇਡੀ ਅਸੀਂ ਗੱਲ ਕਰ ਚੁੱਕੇ ਹਾਂ। ਤੇ ਸਰ ਥੈਂਕ ਯੂ ਸੋ ਮਚ, ਤੁਸੀਂ ਆਏ ਹੋ ਪ੍ਰੋਗਰਾਮ ਦੇ ਵਿੱਚ, ਕਾਲਸ ਦਾ ਵੀ ਰਿਪਲਾਈ ਕੀਤਾ, ਸਾਡੇ ਦਰਸ਼ਕਾਂ ਨੂੰ ਜਵਾਬ ਦਿੱਤੇ ਨੇ। ਥੈਂਕ ਯੂ ਸੋ ਮਚ। ਥੈਂਕ ਯੂ ਤਰਨ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਅਸੀਂ ਆਪਣੇ ਪ੍ਰੋਗਰਾਮ 'ਚ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹਾਂ। ਸੋ ICC ਇਮੀਗ੍ਰੇਸ਼ਨ ਤੋਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।